ਹੈਲੋ ਸਟੂਡੈਂਟਸ, ਮੈਂ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ ਇਸ E1 ਪਲੇਟਫਾਰਮ ਉੱਤੇ। ਤੇ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬ ਜੀਕੇ ਦੀ ਬਹੁਤ ਹੀ ਮਹੱਤਵਪੂਰਨ ਸੀਰੀਜ਼। ਤੇ ਜੇਕਰ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਦੇਣਾ ਹੈ ਤਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਪੇਪਰਾਂ ਦੇ ਵਿੱਚ ਪੰਜਾਬ ਜੀਕੇ ਦੀ ਬਹੁਤ ਜ਼ਿਆਦਾ ਵੇਟੇਜ ਹੈ। ਕਿਸੇ ਪੇਪਰ ਦੇ ਵਿੱਚ 4 ਨੰਬਰ ਦੀ, ਕਿਸੇ 'ਚ 6 ਨੰਬਰ ਦੀ, ਤੇ ਕਿਸੇ ਪੇਪਰ ਦੇ ਵਿੱਚ 16 ਨੰਬਰ ਦੀ ਪੰਜਾਬ ਜੀਕੇ ਆ ਰਹੀ ਹੈ। ਪਰ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਜੀਕੇ ਜੋ ਪੰਜਾਬ ਦੇ ਪੇਪਰਾਂ ਦੇ ਵਿੱਚ ਪੁੱਛੀ ਜਾ ਰਹੀ ਹੈ ਉਸ ਦਾ ਸਿਲੇਬਸ ਬਹੁਤ ਲਿਮਿਟਡ ਹੈ। ਤਾਂ ਆਪਾਂ ਜੋ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਇਹ ਸਿਰਫ ਪੰਜਾਬ ਦੇ ਪੇਪਰਾਂ ਦੇ ਲਈ ਹੈ, ਜਿਸ ਵਿੱਚ ਪੰਜਾਬ ਦੇ ਪੇਪਰਾਂ ਨੂੰ ਐਨਾਲਾਈਸਿਸ ਕਰਨ ਤੋਂ ਬਾਅਦ ਪੰਜਾਬ ਦੇ ਪੇਪਰਾਂ ਦੇ ਵਿੱਚ ਜਿਹੋ ਜਿਹੇ ਪ੍ਰਸ਼ਨ ਪੁੱਛੇ ਜਾਂਦੇ ਹਨ ਉਹ ਸਾਰੇ ਕਵਰ ਕਰਨ ਤੋਂ ਬਾਅਦ ਇਸ ਨੂੰ ਤਿਆਰ ਕੀਤਾ ਗਿਆ ਹੈ। ਅਤੇ ਜੇਕਰ ਤੁਸੀਂ ਇਸ ਵਿੱਚ ਜੁੜਦੇ ਹੋ ਤਾਂ ਤੁਹਾਨੂੰ ਪੰਜਾਬ ਜੀਕੇ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ। ਤਾਂ ਪੰਜਾਬ ਜੀਕੇ ਆਪਾਂ ਅੱਜ ਜੋ ਸ਼ੁਰੂ ਕਰਨ ਜਾ ਰਹੇ ਹਾਂ, ਅੱਜ ਇਸ ਦੀ ਪਹਿਲੀ ਕਲਾਸ ਹੈ ਜਿਸ ਨੂੰ ਆਪਾਂ ਪੰਜਾਬ ਹਿਸਟਰੀ ਤੋਂ ਸ਼ੁਰੂ ਕਰਾਂਗੇ, 4ਵੀਂ ਸਦੀ ਤੋਂ ਲੈ ਕੇ 15ਵੀਂ ਸਦੀ ਤੱਕ। ਉਸ ਤੋਂ ਬਾਅਦ ਆਪਾਂ ਅਗਲੀਆਂ ਕਲਾਸਿਸ ਦੇ ਵਿੱਚ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਜੀ, ਸਾਰੇ ਗੁਰੂ, ਮਹਾਰਾਣਾ ਰਣਜੀਤ ਸਿੰਘ, ਬੰਦਾ ਬਹਾਦਰ, ਪੰਜਾਬ ਦਾ ਕਲਚਰ, ਪੰਜਾਬ ਦੇ ਜ਼ਿਲ੍ਹੇ, ਪੰਜਾਬ ਕਿਵੇਂ ਬਣਿਆ, ਸਭ ਕੁਝ ਕਵਰ ਕਰਾਂਗੇ। ਤਾਂ ਅੱਜ ਇਸ ਦੀ ਪਹਿਲੀ ਕਲਾਸ ਜੋ ਹੋਣ ਵਾਲੀ ਹੈ ਇਸ ਦੇ ਵਿੱਚ ਆਪਾਂ 34ਵੀਂ ਸਦੀ ਤੋਂ ਲੈ ਕੇ 15ਵੀਂ ਸਦੀ ਤੱਕ ਜੋ ਪੰਜਾਬ ਦੇ ਵਿੱਚ ਕੰਡੀਸ਼ਨ ਸੀ ਪੰਜਾਬ ਦੇ ਪੇਪਰਾਂ ਦੇ ਪੁਆਇੰਟ ਆਫ ਵਿਊ ਤੋਂ ਉਹੀ ਕਵਰ ਕਰਾਂਗੇ। ਤਾਂ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਪਹਿਲੀ ਕਲਾਸ। ਪੰਜਾਬ ਦਾ ਇਤਿਹਾਸ। ਪੰਜਾਬ ਦਾ ਇਤਿਹਾਸ ਆਪਣੇ ਆਪ ਵਿੱਚ ਇੱਕ ਗੌਰਵਸ਼ਾਲੀ ਇਤਿਹਾਸ ਹੈ। ਇੱਥੋਂ ਦੇ ਲੋਕ ਆਪਣੀ ਵੀਰਤਾ ਲਈ ਜਾਣੇ ਜਾਂਦੇ ਹਨ ਅਤੇ ਇਸ ਨੂੰ ਭਾਰਤ ਦਾ ਗੋਲਡਨ ਲੈਂਡ ਕਲਚਰ ਵੀ ਕਿਹਾ ਜਾਂਦਾ ਹੈ। ਅਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਪੇਪਰਾਂ ਦੇ ਵਿੱਚ ਪੰਜਾਬ ਬਾਰੇ ਪ੍ਰਸ਼ਨ ਇਹ ਪੁੱਛੇ ਜਾਂਦੇ ਹਨ ਕਿ ਪੰਜਾਬ ਨੂੰ ਕਦੋਂ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ। ਤਾਂ ਯਾਦ ਰੱਖਣੇ ਹੈ ਕਿ ਪੰਜਾਬ ਨੂੰ ਰਿਗਵੈਦਿਕ ਕਾਲ ਦੇ ਵਿੱਚ ਸਪਤ ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਸਪਤ ਸਿੰਧੂ ਭਾਵ 7 ਨਦੀਆਂ ਦੀ ਭੂਮੀ। ਅਤੇ ਰਮਾਇਣ ਵਿੱਚ ਪੰਜਾਬ ਨੂੰ ਟੱਕ ਦੇਸ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਅਤੇ ਮਹਾਭਾਰਤ ਵਿੱਚ ਪੰਜਾਬ ਨੂੰ ਪੰਚਨਦ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪੰਚਨਦ ਭਾਵ 5 ਨਦੀਆਂ ਦਾ ਦੇਸ਼। ਅਤੇ ਮੁਗਲ ਕਾਲ ਦੇ ਵਿੱਚ ਪੰਜਾਬ ਨੂੰ ਲਾਹੌਰ ਪ੍ਰਾਂਤ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜੋ ਕਿ ਇਹਨਾਂ ਦੇ ਵਿੱਚੋਂ ਕਾਫੀ ਪ੍ਰਸ਼ਨ ਪੰਜਾਬ ਦੇ ਪੇਪਰਾਂ ਵਿੱਚ ਪੁੱਛੇ ਜਾ ਚੁੱਕੇ ਹਨ ਕਿ ਪੰਜਾਬ ਨੂੰ ਰਿਗਵੈਦਿਕ ਕਾਲ ਵਿੱਚ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ, ਸਪਤ ਸਿੰਧੂ। ਰਮਾਇਣ ਵਿੱਚ ਟੱਕ ਦੇਸ਼, ਮਹਾਭਾਰਤ ਵਿੱਚ ਪੰਚਨਦ ਅਤੇ ਮੁਗਲ ਕਾਲ ਵਿੱਚ ਪੰਜਾਬ ਨੂੰ ਲਾਹੌਰ ਪ੍ਰਾਂਤ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਤਾਂ ਜੇਕਰ ਗੱਲ ਕਰੀਏ ਪੰਜਾਬ 'ਤੇ ਸ਼ਾਸਨ ਦੀ ਤਾਂ ਪੰਜਾਬ 'ਤੇ ਬਹੁਤ ਸਾਰੇ ਸ਼ਾਸਕਾਂ ਨੇ ਸ਼ਾਸਨ ਕੀਤਾ ਹੈ, ਜਿਨ੍ਹਾਂ ਵਿੱਚੋਂ ਮੌਰੀਆ, ਗੁਪਤ, ਹਰਸ਼, ਮੁਗਲ, ਸਿੱਖ ਅਤੇ ਬ੍ਰਿਟਿਸ਼ ਇਹ ਸਾਰੇ ਕੀ ਹੈ ਮੁੱਖ ਨੇ। ਤਾਂ ਜੇਕਰ ਪੰਜਾਬ ਦੇ ਪ੍ਰਾਚੀਨ ਗ੍ਰੰਥਾਂ ਦੀ ਗੱਲ ਕਰੀਏ ਜਿਵੇਂ ਕਿ ਰਿਗਵੈਦਿਕ, ਚਾਰੇ ਪ੍ਰਮੁੱਖ ਜੋ ਪ੍ਰਾਚੀਨ ਗ੍ਰੰਥ ਹੈ ਇਹਨਾਂ ਦੀ ਰਚਨਾ ਵੀ ਭਾਰਤ ਦੇ ਪੰਜਾਬ ਰਾਜ ਵਿੱਚ ਹੋਈ ਹੈ। ਅਤੇ ਇਹ ਵੀ ਪ੍ਰਸ਼ਨ ਪੁੱਛਿਆ ਗਿਆ ਹੈ ਕਿ ਭਾਰਤ ਦੇ ਕਿਸ ਰਾਜ ਵਿੱਚ 4 ਪ੍ਰਮੁੱਖ ਪ੍ਰਾਚੀਨ ਗ੍ਰੰਥਾਂ ਦੀ ਰਚਨਾ ਹੋਈ ਹੈ, ਤਾਂ ਪੰਜਾਬ ਦੇ ਵਿੱਚ ਹੋਈ ਹੈ। ਤਾਂ ਆਪਾਂ ਸ਼ੁਰੂ ਕਰਦੇ ਹਾਂ ਪੰਜਾਬ ਦਾ ਇਤਿਹਾਸ। ਪੰਜਾਬ ਦਾ ਇਤਿਹਾਸ ਸ਼ੁਰੂ ਹੁੰਦਾ ਹੈ ਜਦੋਂ ਸਿਕੰਦਰ ਪੰਜਾਬ 'ਤੇ ਹਮਲਾ ਕਰਦਾ ਹੈ 550 ਤੋਂ ਲੈ ਕੇ ਲਗਭਗ 330 BC ਦੇ ਆਸ-ਪਾਸ। ਜਦੋਂ ਸਿਕੰਦਰ ਨੇ ਭਾਰਤ ਵੱਲ ਨਜ਼ਰ ਕਰੀ ਤਾਂ ਉਸ ਦਾ ਸਵਾਗਤ ਕਰਨ ਦੇ ਲਈ ਤਕਸ਼ੀਲਾ ਦਾ ਸ਼ਾਸਕ ਰਾਜਾ ਅੰਬੀ ਪਹੁੰਚਿਆ। ਰਾਜਾ ਅੰਬੀ ਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਸਿਕੰਦਰ ਭਾਰਤ 'ਤੇ ਹਮਲਾ ਕਰਨ ਵਾਲਾ ਹੈ, ਤਾਂ ਉਸਨੇ ਪਹਿਲਾਂ ਹੀ ਉੱਥੇ ਜਾ ਕੇ ਉਸਦਾ ਸਵਾਗਤ ਕਰਨਾ ਸ਼ੁਰੂ ਕਰ ਦਿੱਤਾ ਸੀ। ਤਾਂ ਉਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਰਾਜਾ ਅੰਬੀ ਦੀ ਜੋ ਪਰਸਨੈਲਿਟੀ ਸੀ ਉਹ ਕਿਸ ਤਰ੍ਹਾਂ ਦੀ ਸੀ। ਤਾਂ ਸਿਕੰਦਰ ਦਾ ਜੇਕਰ ਦੇਖਿਆ ਜਾਵੇ ਤਾਂ ਸਿਕੰਦਰ ਪੂਰੀ ਦੁਨੀਆ ਨੂੰ ਜਿੱਤਣਾ ਚਾਹੁੰਦਾ ਸੀ। ਸਿਕੰਦਰ ਨੂੰ ਸਿਕੰਦਰ ਮਹਾਨ, ਅਲੈਗਜ਼ੈਂਡਰ ਦਾ ਗ੍ਰੇਟ ਇਹਨਾਂ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਅਤੇ ਉਹ ਪੂਰੀ ਦੁਨੀਆ ਨੂੰ ਜਿੱਤਣ ਦੀ ਇੱਛਾ ਦੇ ਵਿੱਚ ਹੀ ਭਾਰਤ ਆਇਆ ਸੀ। ਪਰ ਜਦੋਂ ਉਸਨੇ ਜੇਕਰ ਦੇਖਿਆ ਜਾਵੇ ਤਾਂ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ 5% ਦੁਨੀਆ ਨੂੰ ਹੀ ਜਿੱਤ ਪਾਇਆ ਸੀ। ਅਤੇ ਜਦੋਂ ਉਹ ਭਾਰਤ ਆਇਆ ਤਾਂ ਉਸਨੂੰ ਇਹ ਸੀ ਕਿ ਭਾਰਤ ਦੇ ਵਿੱਚ ਮੈਂ ਕਾਫੀ ਜ਼ਿਆਦਾ ਜਿੱਤਾਂ ਹਾਸਿਲ ਕਰੂੰਗਾ। ਪਰ ਜਦੋਂ ਉਹ ਆਇਆ ਤਾਂ ਉਸਦਾ ਸਾਹਮਣਾ ਕਿਸ ਦੇ ਨਾਲ ਹੋਇਆ ਸੀ, ਉਹਦਾ ਸਾਹਮਣਾ ਹੋਇਆ ਸੀ ਰਾਜਾ ਪੋਰਸ ਦੇ ਨਾਲ। ਤਾਂ ਸਿਕੰਦਰ ਨੇ ਪੰਜਾਬ 'ਤੇ ਕਦੋਂ ਹਮਲਾ ਕੀਤਾ ਸੀ ਇਸ ਦੇ ਬਾਰੇ ਕਈ ਪ੍ਰਸ਼ਨ ਬਣੇ ਹਨ। ਤਾਂ ਉਸਨੇ ਲਗਭਗ 326 BC ਦੇ ਆਸ-ਪਾਸ ਪੰਜਾਬ 'ਤੇ ਹਮਲਾ ਕੀਤਾ ਸੀ ਅਤੇ ਉਦੋਂ 4ਵੀਂ ਸਦੀ ਚੱਲ ਰਹੀ ਸੀ। 4ਵੀਂ ਸਦੀ ਦੇ ਵਿੱਚ ਹੀ ਪੰਜਾਬ 'ਤੇ ਅਟੈਕ ਹੋਣੇ ਸ਼ੁਰੂ ਹੋ ਗਏ ਸੀ। ਪੰਜਾਬ ਵੱਲ ਬਾਹਰੋਂ ਜੋ ਹਮਲਾਵਰ ਸੀ ਆਉਣੇ ਸ਼ੁਰੂ ਹੋ ਗਏ ਸੀ। ਤਾਂ ਸਿਕੰਦਰ ਉਹਨਾਂ ਦੇ ਵਿੱਚੋਂ ਪਹਿਲਾ ਸੀ ਜੋ ਕਿ 4ਵੀਂ ਸਦੀ ਦੇ ਆਸ-ਪਾਸ ਪੰਜਾਬ ਦੇ ਵਿੱਚ ਆਇਆ ਸੀ। 326 BC ਦੇ ਲਗਭਗ ਇਸਨੇ ਐਂਟਰ ਕੀਤਾ ਸੀ। ਸਿਕੰਦਰ ਨੇ ਪੰਜਾਬ 'ਤੇ ਹਮਲਾ ਕਿਹੜੇ ਦਰਿਆ ਰਾਹੀਂ ਕੀਤਾ ਸੀ, ਖੈਬਰ।
ਪੰਜਾਬ ਦੇ ਉੱਤੇ ਜਿੰਨੇ ਵੀ ਹਮਲੇ ਹੋਏ ਨੇ, ਜਿੰਨੇ ਵੀ ਹਮਲਾਵਰ ਆਏ ਨੇ, ਉਹ ਸਾਰੇ ਖੈਬਰ ਦਰੇ ਨੂੰ ਹੀ ਪਾਰ ਕਰਕੇ ਆਏ ਨੇ। ਤਾਂ ਇਹ ਵੀ ਯਾਦ ਰੱਖਣਾ ਕਿ ਕਿਸ ਦਰੇ ਨੂੰ ਪਾਰ ਕਰਕੇ ਆਏ ਨੇ, ਖੈਬਰ ਦਰੇ ਨੂੰ। ਸਿਕੰਦਰ ਦਾ ਸਭ ਤੋਂ ਪਹਿਲਾ ਵਿਰੋਧ ਮੈਂ ਤੁਹਾਨੂੰ ਦੱਸਿਆ ਹੈ ਕਿ ਕਿਹਦੇ ਨਾਲ ਹੋਇਆ ਸੀ, ਰਾਜਾ ਪੋਰਸ ਦੇ ਨਾਲ ਹੋਇਆ ਸੀ। ਤੇ ਸਿਕੰਦਰ ਪੰਜਾਬ 'ਤੇ ਹਮਲਾ ਕਰਨ ਲਈ ਕਿੱਥੋਂ ਆਇਆ ਸੀ? ਯੂਨਾਨ ਤੋਂ ਆਇਆ ਸੀ। ਸਿਕੰਦਰ ਯੂਨਾਨ ਤੋਂ ਆਇਆ ਸੀ ਪੰਜਾਬ ਭਾਰਤ 'ਤੇ ਹਮਲਾ ਕਰਨ ਲਈ, ਅਤੇ ਸਿਕੰਦਰ ਦਾ ਪਹਿਲਾ ਵਿਰੋਧ ਰਾਜਾ ਪੋਰਸ ਦੇ ਨਾਲ ਹੋਇਆ ਸੀ। ਤਾਂ ਇਹ ਨੇਗੇ ਸਿਕੰਦਰ ਅਤੇ ਰਾਜਾ ਪੋਰਸ। ਸਿਕੰਦਰ ਅਤੇ ਰਾਜਾ ਪੋਰਸ ਦੇ ਵਿਚਕਾਰ ਜੋ ਲੜਾਈ ਹੋਈ ਸੀ ਉਸਨੂੰ ਹਾਈਡਸਪਸ ਦੀ ਲੜਾਈ ਕਿਹਾ ਜਾਂਦਾ ਹੈ। ਹਾਈਡਸਪਸ ਦੀ ਲੜਾਈ ਕਿੱਥੇ ਹੋਈ ਸੀ, ਇਹ ਵੀ ਪ੍ਰਸ਼ਨ ਕਈ ਵਾਰ ਬਣਿਆ ਹੈ, ਅਤੇ ਜਿਹਲਮ ਨਦੀ ਦੇ ਕਿਨਾਰੇ 'ਤੇ ਹੋਈ ਸੀ ਹਾਈਡਸਪਸ ਦੀ ਲੜਾਈ। ਅਤੇ ਹਾਈਡਸਪਸ ਦੀ ਲੜਾਈ ਦੇ ਵਿੱਚ ਬੇਸ਼ੱਕ ਪੋਰਸ ਰਾਜਾ ਸੀ ਜੋ ਉਹ ਹਾਰ ਗਿਆ ਸੀ, ਪਰ ਸਿਕੰਦਰ ਦੀਆਂ ਇੰਨੀਆਂ ਵੱਡੀਆਂ ਭਾਰੀ ਫੌਜਾਂ, ਜਿਵੇਂ ਕਿ 2 ਲੱਖ ਫੌਜ ਦੇ ਆਸ-ਪਾਸ ਨੂੰ, ਇਸ ਦੀਆਂ ਕੁਛ ਕੁ ਫੌਜਾਂ ਨੇ ਹੀ ਮਤਲਬ ਭਾਜੜਾਂ ਪਾ ਦਿੱਤੀਆਂ ਸੀ। ਤਾਂ ਸਿਕੰਦਰ ਨੂੰ ਉਸ ਪੂਰੇ ਯੁੱਧ ਦੇ ਦੌਰਾਨ ਇਹ ਅਹਿਸਾਸ ਹੋ ਗਿਆ ਸੀ ਕਿ ਇੱਥੋਂ ਦੀ ਜੋ ਪੋਰਸ ਰਾਜਾ ਹੈ ਉਹ ਬਹੁਤ ਬਹਾਦਰ ਹੈ, ਅਤੇ ਇਸ ਦੀ ਜਿਹੜੀ ਜੋ ਵੀ ਉਸਨੇ ਰਣਨੀਤੀ ਅਪਣਾਈ ਸੀ ਯੁੱਧ ਦੇ ਦੌਰਾਨ, ਉਸ ਤੋਂ ਬਹੁਤ ਪ੍ਰਭਾਵਿਤ ਹੋ ਗਿਆ ਸੀ ਅਤੇ ਬਹੁਤ ਖੁਸ਼ ਹੋਇਆ ਸੀ। ਤਾਂ ਗ੍ਰੀਕ ਇਤਿਹਾਸਕਾਰ ਇਹ ਮੰਨਦੇ ਨੇ ਕਿ ਸਿਕੰਦਰ ਜਿੱਤ ਗਿਆ ਸੀ, ਪਰ ਸਿਕੰਦਰ ਨੇ ਪੋਰਸ ਦੇ ਜੋ ਯੁੱਧ ਨੀਤੀ ਹੈ ਉਹ ਤੋਂ ਪ੍ਰਭਾਵਿਤ ਹੋ ਕੇ ਉਸਦਾ ਸਾਰਾ ਰਾਜ ਨੂੰ ਵਾਪਸ ਕਰ ਦਿੱਤਾ ਸੀ। ਜਿਵੇਂ ਕਿ ਆਪਾਂ ਕਈ ਵਾਰ ਪੁੱਛਿਆ ਹੈ ਕਿ ਸਿਕੰਦਰ ਨੇ ਪੋਰਸ ਤੋਂ 2 ਪ੍ਰਸ਼ਨ ਪੁੱਛੇ ਸੀ। ਉਹਨਾਂ ਨੇ ਕਿਹਾ ਸੀ ਕਿ ਚਲੋ ਹੇ ਰਾਜਨ, ਤੂੰ ਹਾਰ ਗਿਆ ਹੈ ਤਾਂ ਤੂੰ ਦੱਸ ਹੁਣ ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ। ਤਾਂ ਰਾਜਾ ਪੋਰਸ ਨੇ ਕਿਹਾ ਸੀ ਕਿ ਮੇਰੇ ਨਾਲ ਉਹੀ ਸਲੂਕ ਕੀਤਾ ਜਾਵੇ ਜੋ ਇੱਕ ਰਾਜੇ ਨੂੰ ਰਾਜੇ ਨਾਲ ਕਰਨਾ ਚਾਹੀਦਾ ਹੈ। ਤਾਂ ਉਸਦਾ ਦੂਸਰਾ ਪ੍ਰਸ਼ਨ ਇਹ ਸੀ ਕਿ ਹੇ ਰਾਜਨ, ਹੁਣ ਤੇਰੀ ਮੰਗ ਦੱਸ ਕੀ ਹੈ, ਕਿ ਤੂੰ ਕੀ ਲੈਣਾ ਚਾਹੁੰਦਾ ਹੈ। ਤਾਂ ਉਸਨੇ ਕਿਹਾ ਕਿ ਇਸ ਦਾ ਜਵਾਬ ਵੀ ਉਹੀ ਹੋਵੇਗਾ ਜੋ ਮੇਰੇ ਪਹਿਲੇ ਪ੍ਰਸ਼ਨ ਦਾ ਜਵਾਬ ਹੈ। ਤਾਂ ਇਸ ਤਰੀਕੇ ਨਾਲ ਉਸਨੇ ਬਹੁਤ ਪ੍ਰਭਾਵਿਤ ਹੋਇਆ ਸੀ ਉਹ ਰਾਜਾ ਪੋਰਸ ਤੋਂ, ਅਤੇ ਉਸਨੇ ਉਸਨੂੰ ਰਾਜ ਭਾਗ ਵਾਪਸ ਕਰ ਦਿੱਤਾ ਸੀ। ਤਾਂ ਇਹਨਾਂ ਦੇ ਵਿਚਕਾਰ ਜੋ ਲੜਾਈ ਹੈ, ਜੋ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਜ਼ਰੂਰੀ ਹੈ, ਉਹ ਹੈ ਕਿ ਇਹਨਾਂ ਦੇ ਵਿਚਕਾਰ ਕਿਹੜੀ ਲੜਾਈ ਹੋਈ ਸੀ। ਹਾਈਡਸਪਸ ਦੀ ਲੜਾਈ ਹੋਈ ਸੀ, ਅਤੇ ਉਹ ਕਿਹੜੀ ਨਦੀ 'ਤੇ ਹੋਈ ਸੀ? ਜਿਹਲਮ ਨਦੀ 'ਤੇ ਹੋਈ ਸੀ। ਅਤੇ ਉਸ ਤੋਂ ਬਾਅਦ ਸਿਕੰਦਰ ਵਾਪਸ ਚਲਾ ਗਿਆ ਸੀ ਬਿਆਸ ਦਰਿਆ ਤੋਂ, ਕਿਉਂਕਿ ਬਿਆਸ ਦਰਿਆ ਉਸਦੇ ਪੂਰਬ ਦੀ ਹੱਦ ਸੀ, ਤਾਂ ਉੱਥੋਂ ਉਸਨੂੰ ਵਾਪਸ ਮੁੜਨਾ ਪਿਆ ਸੀ। ਅਤੇ ਇਹ ਵੀ ਪ੍ਰਸ਼ਨ ਹੈ ਕਿ ਸਿਕੰਦਰ ਕਿਹੜੇ ਦਰਿਆ ਤੋਂ ਵਾਪਸ ਮੁੜਿਆ ਸੀ? ਤਾਂ ਬਿਆਸ ਦਰਿਆ ਤੋਂ ਵਾਪਸ ਮੁੜਿਆ ਸੀ, ਅਤੇ ਉਹ ਪੰਜਾਬ ਦੇ ਵਿੱਚ ਆਪਣਾ ਪ੍ਰਤੀਨਿਧੀ ਫਿਲਿਪਸ ਨੂੰ ਨਿਯੁਕਤ ਕਰਕੇ ਗਿਆ ਸੀ। ਉਸ ਤੋਂ ਬਾਅਦ ਜਦੋਂ ਸਿਕੰਦਰ ਚਲਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੋ ਆਉਂਦਾ ਹੈ ਉਹ ਹੁੰਦੇ ਹੈ ਮੌਰੀਆ। ਲਗਭਗ 302 BC ਦੇ ਆਸ-ਪਾਸ ਚਾਣਕਿਆਂ ਦੀ ਮਦਦ ਦੇ ਨਾਲ ਚੰਦਰਗੁਪਤ ਮੌਰਿਆ ਰਾਜਾ ਬਣ ਗਿਆ ਸੀ। ਚੰਦਰਗੁਪਤ ਮੌਰਿਆ ਚਾਣਕਿਆ ਦੀ ਮਦਦ ਦੇ ਨਾਲ ਰਾਜਾ ਬਣ ਗਿਆ ਸੀ। ਤਾਂ ਮੌਰਿਆ ਸਾਮਰਾਜ ਦੀ ਸਥਾਪਨਾ ਹੋਈ ਸੀ। ਤਾਂ ਮੌਰਿਆ ਰਾਜ ਦਾ ਸੰਸਥਾਪਕ ਕੌਣ ਸੀ? ਚੰਦਰਗੁਪਤ ਮੌਰਿਆ। ਉਸ ਸਮੇਂ ਮਗਧ 'ਤੇ ਜੋ ਸ਼ਾਸਨ ਕਰ ਰਿਹਾ ਸੀ ਉਹ ਸੀਗਾ ਧਨਾਨੰਦ ਦਾ ਸ਼ਾਸਨ ਸੀ। ਤਾਂ ਚੰਦਰਗੁਪਤ ਮੌਰਿਆ ਨੇ ਧਨਾਨੰਦ ਨੂੰ ਮਾਰ ਕੇ ਮੌਰਿਆ ਸਾਮਰਾਜ ਦੀ ਸਥਾਪਨਾ ਕੀਤੀ, ਅਤੇ ਉਸ ਤੋਂ ਬਾਅਦ ਚੰਦਰਗੁਪਤ ਰਾਜਾ ਬਣੇ। ਤਾਂ ਭਾਰਤ ਦੀ ਰਾਜਨੀਤਿਕ ਸਥਿਤੀ ਜੇਕਰ ਦੇਖਿਆ ਜਾਵੇ, ਜਦੋਂ ਚੰਦਰਗੁਪਤ ਮੌਰਿਆ ਰਾਜਾ ਬਣੇ ਸੀ ਉਹ ਬਹੁਤ ਖਰਾਬ ਸੀਗੀ। ਅਤੇ ਸਿਕੰਦਰ ਦੇ ਜੋ ਉੱਤਰਾਧਿਕਾਰੀ ਸੀ, ਸਿਕੰਦਰ ਦਾ ਉੱਤਰਾਧਿਕਾਰੀ ਸੀ ਸੈਲਿਕਸ ਨਿਕੇਟਰ। ਤਾਂ ਸੈਲਿਕਸ ਨਿਕੇਟਰ ਇਸ ਦੇ ਨਾਲ ਸਾਹਮਣਾ ਹੋਇਆ ਸੀ ਚੰਦਰਗੁਪਤ ਮੌਰਿਆ ਦਾ। ਜਦੋਂ ਚੰਦਰਗੁਪਤ ਮੌਰਿਆ ਭਾਰਤ ਆਏ ਤਾਂ ਉਹਨਾਂ ਦਾ ਸਾਹਮਣਾ ਸੈਲਿਕਸ ਨਿਕੇਟਰ ਨਾਲ ਹੋਇਆ, ਜੋ ਕਿ ਸਿਕੰਦਰ ਦਾ ਹੀ ਉੱਤਰਾਧਿਕਾਰੀ ਸੀ। ਤਾਂ ਉਹ ਸਿਕੰਦਰ ਦੀ ਨੀਤੀ ਨੂੰ ਅਪਣਾ ਰਿਹਾ ਸੀ। ਸੈਲਿਕਸ ਨਿਕੇਟਰ ਸੀ ਜੋ ਉਹ ਸਿਕੰਦਰ ਦੀ ਨੀਤੀ ਨੂੰ ਅਪਣਾਉਂਦੇ ਹੋਏ ਭਾਰਤ 'ਤੇ ਹੀ ਨਜ਼ਰ ਰੱਖ ਰਿਹਾ ਸੀ, ਅਤੇ ਉਹਨੇ ਪੂਰੇ ਸਿੰਧੂ 'ਤੇ ਵੀ ਕਬਜ਼ਾ ਕਰ ਲਿਆ ਸੀ, ਅਤੇ ਹੁਣ ਉਹ ਭਾਰਤ 'ਤੇ ਹਮਲਾ ਕਰ ਰਿਹਾ ਸੀ। ਤਾਂ ਸੈਲਿਕਸ ਦਾ ਸਾਹਮਣਾ ਜਦੋਂ ਉਸ ਸਮੇਂ ਦੇ ਸ਼ਾਸਕ ਚੰਦਰਗੁਪਤ ਮੌਰਿਆ ਨਾਲ ਹੋਇਆ ਤਾਂ ਦੋਨਾਂ ਦੇ ਵਿੱਚ ਕਾਫੀ ਵੱਡਾ ਯੁੱਧ ਹੋਇਆ ਸੀ। ਅਤੇ ਇਸ ਦੇ ਵਿੱਚ ਬੇਸ਼ੱਕ ਸੈਲਿਕਸ ਦੀ ਹਾਰ ਹੋ ਗਈ ਸੀ, ਤਾਂ ਫਿਰ ਵੀ ਚੰਦਰਗੁਪਤ ਮੌਰਿਆ ਨੇ ਉਸ ਨਾਲ ਇੱਕ ਸੰਧੀ ਕਰ ਲਈ ਸੀ, ਜਿਸ ਦੇ ਵਿੱਚ ਕੀ ਹੈ, ਚੰਦਰਗੁਪਤ ਮੌਰਿਆ ਨੂੰ ਉਸਨੇ ਆਪਣੇ ਕਈ ਜੋ ਜਿੱਤੇ ਹੋਏ ਰਾਜ ਸੀ ਉਹ ਦੇ ਦਿੱਤੇ ਸੀ। ਅਤੇ ਚੰਦਰਗੁਪਤ ਮੌਰਿਆ ਨੇ ਪੰਜਾਬ 'ਤੇ ਹਮਲਾ ਕਦੋਂ ਕੀਤਾ ਸੀ? ਇਹ ਪ੍ਰਸ਼ਨ ਬਣ ਸਕਦਾ ਹੈ। ਤਾਂ ਚੰਦਰਗੁਪਤ ਮੌਰਿਆ ਨੇ ਪੰਜਾਬ 'ਤੇ ਲਗਭਗ 322 ਈਸਵੀ ਪੂਰਵ ਦੇ ਵਿੱਚ ਹਮਲਾ ਕੀਤਾ ਸੀ। ਅਤੇ ਚੰਦਰਗੁਪਤ ਮੌਰਿਆ ਅਤੇ ਕਿਸ ਦੇ ਵਿਚਕਾਰ ਯੁੱਧ ਹੋਇਆ ਸੀ? ਸੈਲਿਕਸ ਨਿਕੇਟਰ ਦੇ ਚੰਦਰਗੁਪਤ ਮੌਰਿਆ ਦੇ ਵਿਚਕਾਰ ਯੁੱਧ ਹੋਇਆ ਸੀ, ਅਤੇ ਇਸ ਦੇ ਵਿੱਚ ਹਾਰ ਹੋਈ ਸੀ ਸੈਲਿਕਸ ਦੀ। ਅਤੇ ਸੈਲਿਕਸ ਨਿਕੇਟਰ ਕੌਣ ਸੀ? ਜੋ ਸਿਕੰਦਰ ਸੀ ਛੱਡ ਕੇ ਚਲਾ ਗਿਆ ਸੀ, ਉਸਦਾ ਹੀ ਇੱਕ ਉੱਤਰਾਧਿਕਾਰੀ ਸੀਗਾ ਸੈਲਿਕਸ ਨਿਕੇਟਰ। ਤਾਂ ਜੇਕਰ ਉਸ ਤੋਂ ਬਾਅਦ ਗੱਲ ਕਰੀਏ ਤਾਂ ਮੌਰਿਆ ਸਾਮਰਾਜ ਦੀ ਹੌਲੀ ਹੌਲੀ ਕੀ ਆ, ਮੌਰਿਆ ਤੋਂ ਬਾਅਦ ਕੁਸ਼ਾਣ ਵੰਸ਼ ਦਾ ਸ਼ਾਸਨ ਹੋਣਾ ਸ਼ੁਰੂ ਹੋ ਗਿਆ ਸੀ। 317 ਈਸਵੀ ਪੂਰਵ ਤੱਕ ਚੰਦਰਗੁਪਤ ਮੌਰਿਆ ਨੇ ਪੂਰਾ ਸਿੰਧ ਅਤੇ ਪੰਜਾਬ 'ਤੇ ਅਧਿਕਾਰ ਕਰ ਲਿਆ ਸੀ। ਇਸ ਤੋਂ ਇਲਾਵਾ ਪੰਜਾਬ 'ਤੇ ਹੁਣ ਕੁਸ਼ਾਣ ਦੇ ਸ਼ਾਸਕ ਆ ਰਹੇ ਸੀ। ਤਾਂ ਕੁਸ਼ਾਣ ਦਾ ਸਭ ਤੋਂ ਜੇਕਰ
ਪ੍ਰਮੁੱਖ ਸਭ ਤੋਂ ਪ੍ਰਸਿੱਧ ਸ਼ਾਸਕ ਦੀ ਗੱਲ ਕਰੀਏ ਤਾਂ ਉਹ ਸੀ ਕਨਿਸ਼ਕ। ਕਨਿਸ਼ਕ ਕੁਸ਼ਾਣ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸੀ। ਅਤੇ ਕਨਿਸ਼ਕ ਨੇ ਸਭ ਤੋਂ ਪ੍ਰਸਿੱਧ ਸ਼ਾਸਕ ਸੀ ਜੋ ਕਨਿਸ਼ਕ, ਉਸਨੇ ਆਪਣਾ ਸਾਮਰਾਜ ਸੀ ਜਿਹੜਾ ਕਸ਼ਮੀਰ, ਪੰਜਾਬ, ਸਿੰਧ, ਉੱਤਰ ਪ੍ਰਦੇਸ਼ ਦੀ ਕਈ ਪ੍ਰਦੇਸ਼ਾਂ ਤੱਕ ਕੀ ਹੈ ਫੈਲਾ ਲਿਆ ਸੀਗਾ। ਹੁਣ ਕੁਸ਼ਾਣ ਵੰਸ਼ ਹੈ ਜਿਹੜਾ ਚੌਥੀ ਬੋਧੀ, ਜੇਕਰ ਕਨਿਸ਼ਕ ਦੀ ਗੱਲ ਕਰੀਏ ਤਾਂ ਇਸ ਦੇ ਬਾਰੇ ਕੀ ਪ੍ਰਸ਼ਨ ਬਣ ਸਕਦੇ ਹਨ ਕਿ ਚੌਥੀ ਬੋਧ ਸਭਾ ਸੀ, ਜੋ ਚੌਥੀ ਬੋਧ ਪ੍ਰੀਸ਼ਦ ਸੀਗੀ, ਬੋਧ ਸਭਾ ਸੀ, ਬੁੱਧ ਧਰਮ ਨੂੰ ਮੰਨਣ ਲੱਗ ਗਿਆ ਸੀ ਅਤੇ ਇਸਨੇ ਬੁੱਧ ਧਰਮ ਦੇ ਲਈ ਬੋਧ ਪ੍ਰੀਸ਼ਦ ਕਰਵਾਈ ਸੀ। ਉਹ ਕਿੱਥੇ ਕਰਵਾਈ ਸੀ ਤਾਂ ਉਹ ਇਹਨੇ ਕਸ਼ਮੀਰ ਦੇ ਵਿੱਚ ਕਰਾਈ ਸੀ। ਕਈ ਜਗ੍ਹਾ 'ਤੇ ਪੇਸ਼ਾਵਰ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਪੇਸ਼ਾਵਰ ਦੇ ਵਿੱਚ ਕਰਾਈ ਸੀ, ਪਰ ਉਸਨੇ ਚੌਥੀ ਬੋਧ ਸਭਾ ਦਾ ਆਯੋਜਨ ਕਸ਼ਮੀਰ ਦੇ ਵਿੱਚ ਕੀਤਾ ਸੀ। ਇਸ ਵਿੱਚ ਬੁੱਧ ਧਰਮ, ਜਦੋਂ ਇਹ ਸਭਾ ਹੋਈ ਸੀ, ਇਸ ਦੇ ਵਿੱਚ ਬੁੱਧ ਧਰਮ 2 ਭਾਗਾਂ ਵਿੱਚ ਵੰਡਿਆ ਗਿਆ ਸੀ, ਹੀਨਯਾਨ ਅਤੇ ਮਹਾਯਾਨ। ਹੀਨਯਾਨ ਅਤੇ ਮਹਾਯਾਨ ਜੋ ਉਹਦੇ ਵਿੱਚ ਬੁੱਧ ਧਰਮ ਵੰਡਿਆ ਗਿਆ ਸੀ। ਜਦੋਂ ਕੀ ਹੈ ਕਨਿਸ਼ਕ ਨੇ ਆਪਣੀ ਚੌਥੀ ਬੁੱਧ ਸਭਾ ਕਰਵਾਈ ਸੀ ਤਾਂ ਕਨਿਸ਼ਕ ਨੇ ਜੋ ਮਹਾਯਾਨ ਸ਼ਾਖਾ ਸੀਗੀ ਉਹਨੂੰ ਸ਼ਾਹੀ ਸਰਪ੍ਰਸਤੀ ਦੇ ਦਿੱਤੀ ਸੀ। ਅਤੇ ਕਨਿਸ਼ਕ ਦੇ ਸਮੇਂ ਉਹ 2 ਨਵਾਂ ਕਲਾ ਸ਼ੈਲੀਆਂ ਵੀ ਪੈਦਾ ਹੋਈਆਂ ਸੀ, ਜਿਨ੍ਹਾਂ ਨੂੰ ਗੰਧਾਰ ਅਤੇ ਮਥੁਰਾ ਕਲਾ ਸ਼ੈਲੀਆਂ ਦਾ ਨਾਮ ਦਿੱਤਾ ਗਿਆ ਹੈ। ਕਨਿਸ਼ਕ ਸੀਗਾ ਆਪਣੇ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ। ਕਨਿਸ਼ਕ ਦੇ ਸਮੇਂ ਉਸਦੇ ਰਾਜ ਦਾ ਵਿਸਥਾਰ ਵੀ ਬਹੁਤ ਜ਼ਿਆਦਾ ਹੋਇਆ ਸੀ। ਤਾਂ ਕੁਸ਼ਾਣ ਵੰਸ਼ ਬਾਰੇ ਬਸ ਆਪਾਂ ਇੰਨੀਆਂ ਕੀ ਗੱਲਾਂ ਯਾਦ ਰੱਖਣੀਆਂ ਨੇ। ਪ੍ਰਾਚੀਨ ਪੰਜਾਬ ਵਿੱਚ ਜੇਕਰ ਬੁੱਧ ਸੰਸਕ੍ਰਿਤੀ ਦਾ ਕੇਂਦਰ ਦੇਖਿਆ ਜਾਵੇ ਤਾਂ ਉਹ ਤਕਸ਼ਿਲਾ ਸੀ। ਤਾਂ ਬੁੱਧ ਸੰਸਕ੍ਰਿਤੀ ਦੀ ਜੇ ਗੱਲ ਆ ਰਹੀ ਹੈ ਕਿ ਕਨਿਸ਼ਕ ਦੇ ਟਾਈਮ 'ਤੇ ਉੱਤੇ ਬੁੱਧ ਸਭਾ ਹੋਈ ਸੀ, ਤਾਂ ਆਪਾਂ ਨੂੰ ਬੁੱਧ ਸੰਸਕ੍ਰਿਤੀ ਵੀ ਉਸ ਟਾਈਮ 'ਤੇ ਪ੍ਰਚਲਿਤ ਸੀ। ਉਹਦਾ ਪ੍ਰਮੁੱਖ ਕੇਂਦਰ ਕਿਹੜਾ ਸੀ? ਤਕਸ਼ਿਲਾ ਸੀ। ਜੇਕਰ ਤਕਸ਼ਿਲਾ ਵਿਸ਼ਵ ਵਿਦਿਆਲਾ, ਤਕਸ਼ਿਲਾ ਜੇਕਰ ਤਕਸ਼ਿਲਾ ਵਿਸ਼ਵ ਵਿਦਿਆਲੇ ਦੀ ਗੱਲ ਕਰੀਏ ਤਾਂ ਉਹ ਕਿੱਥੇ ਸੀਗਾ? ਉਹ ਵੀ ਪੰਜਾਬ ਦੇ ਵਿੱਚ ਸੀ। ਪੰਜਾਬ ਬਹੁਤ ਜ਼ਿਆਦਾ ਮਸ਼ਹੂਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਹੀ ਸਭ ਤੋਂ ਪਹਿਲਾਂ ਅਟੈਕ ਪੰਜਾਬ ਰਾਹੀਂ ਹੁੰਦੀ ਰਹੀ ਹੈ ਅਤੇ ਜ਼ਿਆਦਾਤਰ ਹਮਲਾਵਰ ਪੰਜਾਬ ਨੂੰ ਹੀ ਜਿੱਤਣਾ ਚਾਹੁੰਦੇ ਸੀ, ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਪੰਜਾਬ ਨੂੰ ਜਿੱਤ ਕੇ ਹੀ ਉਹ ਭਾਰਤ ਨੂੰ ਜਿੱਤ ਸਕਦੇ ਨੇ। ਤਾਂ ਪ੍ਰਾਚੀਨ ਪੰਜਾਬ ਵਿੱਚ ਜੋ ਤਕਸ਼ਿਲਾ ਵਿਸ਼ਵ ਵਿਦਿਆਲਾ ਸੀ ਉਹ ਕਿੱਥੇ ਸੀਗਾ? ਉਹ ਵੀ ਪੰਜਾਬ ਦੇ ਵਿੱਚ ਸੀ। ਤਾਂ ਇਸ ਦੇ ਨਾਲ ਹੀ ਹੌਲੀ ਹੌਲੀ ਕੀ ਆ ਗਏ ਕੁਸ਼ਾਣ ਵੰਸ਼ ਵੀ ਖਤਮ ਹੁੰਦਾ ਗਿਆ ਅਤੇ ਕੁਸ਼ਾਣ ਵੰਸ਼ ਦੇ ਜੋ ਸਮਾਪਤੀ ਦੇ ਨਾਲ ਹੀ ਗੁਪਤ ਵੰਸ਼ ਦੀ ਸਥਾਪਨਾ ਹੋਣੀ ਸ਼ੁਰੂ ਹੋ ਗਈ। ਗੁਪਤ ਸਾਮਰਾਜ ਉਸ ਟਾਈਮ 'ਤੇ ਕਈ ਭਾਗਾਂ 'ਚ ਵੰਡਿਆ ਹੋਇਆ ਸੀ। ਤਾਂ ਗੁਪਤ ਸਾਮਰਾਜ ਦੇ ਜੋ ਸ਼ਾਸਕ ਸੀਗੇ ਉਹ ਸੀਗੇ ਚੰਦਰਗੁਪਤ। ਇਸ ਤੋਂ ਬਾਅਦ ਗੁਪਤ ਤੋਂ ਆਉਣ ਤੋਂ ਬਾਅਦ ਹਰਸ਼ਵੰਸ਼ ਨੇ ਪੰਜਾਬ 'ਤੇ ਸ਼ਾਸਨ ਕੀਤਾ, ਜਿਨ੍ਹਾਂ ਬਾਰੇ ਜ਼ਿਆਦਾਤਰ ਪੰਜਾਬ ਦੇ ਪੇਪਰਾਂ 'ਚ ਪ੍ਰਸ਼ਨ ਘੱਟ ਪੁੱਛੇ ਜਾਂਦੇ ਹਨ। ਤਾਂ ਉਸ ਤੋਂ ਬਾਅਦ ਹਰਸ਼ਵੰਸ਼ ਆਏ। ਪੰਜਾਬ ਵਿੱਚ ਬਾਹਰੀ ਹਮਲਾਵਰ ਜ਼ਿਆਦਾਤਰ ਕਿਹੜੇ ਖੇਤਰ ਰਾਹੀਂ ਆਉਂਦੇ ਸੀ? ਪੰਜਾਬ ਵਿੱਚ ਬਾਹਰੀ ਹਮਲਾਵਰ ਜ਼ਿਆਦਾਤਰ ਪੰਜਾਬ ਰਾਹੀਂ ਆਉਂਦੇ ਸੀ। ਅਤੇ ਪ੍ਰਾਚੀਨ ਪੰਜਾਬ ਵਿੱਚ ਜੋ ਜਿੰਨਾ ਵੀ ਵਿਦੇਸ਼ੀ ਵਪਾਰ ਅਤੇ ਪੰਜਾਬ 'ਤੇ ਹਮਲਾ ਹੁੰਦਾ ਸੀ ਉਹ ਸਾਰਾ ਖੈਬਰ ਦਰੇ ਰਾਹੀਂ ਹੁੰਦਾ ਸੀ। ਜੋ ਵੀ ਪੰਜਾਬ ਵਿੱਚ ਜਿੰਨਾ ਵੀ ਵਿਦੇਸ਼ੀ ਵਪਾਰ ਕਰਦੇ ਸੀ ਆਪਾਂ ਜਾਂ ਫਿਰ ਬਾਹਰੋਂ ਹਮਲਾਵਰ ਆਉਂਦੇ ਸੀ ਉਹ ਪੰਜਾਬ 'ਤੇ ਹਮਲਾ ਕਰਨ ਲਈ ਕਿੱਥੋਂ ਆਉਂਦੇ ਸੀ? ਖੈਬਰ ਦਰੇ ਰਾਹੀਂ ਆਉਂਦੇ ਸੀ। ਅਤੇ ਜੇਕਰ ਦੇਖਿਆ ਜਾਵੇ ਤਾਂ ਕਈ ਵਾਰ ਪ੍ਰਸ਼ਨ ਪੁੱਛਿਆ ਗਿਆ ਹੈ ਕਿ ਉਹ ਕੌਣ ਸੀ ਜਿਹੜੇ ਪੰਜਾਬ ਦੇ ਰਸਤੇ ਭਾਰਤ ਨਹੀਂ ਆਏ? ਤਾਂ ਅੰਗਰੇਜ਼ ਸੀ। ਅੰਗਰੇਜ਼ ਪੰਜਾਬ ਦੇ ਰਸਤੇ ਰਾਹੀਂ ਭਾਰਤ ਨਹੀਂ ਆਏ ਸੀਗੇ। ਅਤੇ 8ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਭਾਰਤ ਦੇ ਉੱਤਰ ਪੱਛਮ 'ਤੇ ਕਿਹਦਾ ਰਾਜ ਸੀਗਾ? ਅਰਬਾਂ ਨੇ ਹਮਲਾ ਕਰਤਾ ਸੀਗਾ। 712 ਈਸਵੀ ਵਿੱਚ ਭਾਰਤ 'ਤੇ ਜੋ ਹਮਲਾ ਹੋਇਆ ਸੀ ਉਸ ਦੀ ਕਮਾਂਡ ਕਿਹਦੇ ਕੋਲ ਸੀ? ਮੁਹੰਮਦ ਬਿਨ ਕਾਸਿਮ ਦੇ ਕੋਲ। ਤਾਂ ਹੁਣ ਪੰਜਾਬ ਦੇ ਉੱਤੇ ਭਾਰਤ ਦੇ ਉੱਤੇ ਅਰਬਾਂ ਨੇ ਨਜ਼ਰ ਰੱਖ ਲਈ ਸੀ ਅਤੇ 712 ਈਸਵੀ ਦੇ ਵਿੱਚ 8ਵੀਂ ਸਦੀ ਸ਼ੁਰੂ ਹੋ ਗਈ ਸੀ। ਤਾਂ 712 ਈਸਵੀ ਦੇ ਆਸ-ਪਾਸ ਭਾਰਤ 'ਤੇ ਕੀਤੇ ਹਮਲਿਆਂ ਦੀ ਕਮਾਂਡ ਕਿਹਦੇ ਕੋਲ ਆ ਗਈ ਸੀ? ਮੁਹੰਮਦ ਬਿਨ ਕਾਸਿਮ ਕੋਲ। ਅਤੇ ਮੁਹੰਮਦ ਬਿਨ ਕਾਸਿਮ ਦਾ ਉਦੇਸ਼ ਕੀ ਸੀਗਾ? ਇਹਦਾ ਉਦੇਸ਼ ਸੀਗਾ ਸਿਰਫ ਆਪਣੇ ਰਾਜ ਦਾ ਵਿਸਥਾਰ ਕਰਨਾ। ਅਤੇ ਜੇਕਰ ਦੇਖਿਆ ਜਾਵੇ ਤਾਂ ਮੁਹੰਮਦ ਬਿਨ ਕਾਸਿਮ ਦੇ ਆਉਣ ਤੋਂ ਬਾਅਦ ਪੰਜਾਬ ਵਿੱਚ ਇਸਲਾਮ ਦੀ ਸ਼ੁਰੂਆਤ ਹੋ ਗਈ ਸੀ। ਪਹਿਲਾਂ ਪੰਜਾਬ ਦੇ ਵਿੱਚ ਇਸਲਾਮ ਨਾ ਮਾਤਰ ਸੀ, ਪਰ ਹੁਣ ਕੀ ਹੈ ਇੱਥੇ ਪੰਜਾਬ ਦੇ ਵਿੱਚ ਇਸਲਾਮ ਧਰਮ ਕਾਫੀ ਜ਼ਿਆਦਾ ਆ ਗਿਆ ਸੀ। ਤਾਂ ਮੁਹੰਮਦ ਬਿਨ ਕਾਸਿਮ ਦੀ ਆਪਾਂ ਗੱਲ ਕਰੀਏ ਤਾਂ ਮੁਹੰਮਦ ਬਿਨ ਕਾਸਿਮ ਨੇ 8ਵੀਂ ਸਦੀ ਵਿੱਚ ਪੰਜਾਬ 'ਤੇ ਹਮਲਾ ਕੀਤਾ ਸੀ। ਅਤੇ ਮੁਹੰਮਦ ਬਿਨ ਕਾਸਿਮ ਨੇ ਸਭ ਤੋਂ ਪਹਿਲਾਂ ਕਿੱਥੇ ਹਮਲਾ ਕੀਤਾ ਸੀ? ਉਸਨੇ ਸਭ ਤੋਂ ਪਹਿਲਾਂ ਪੰਜਾਬ ਦੇ ਸਿੰਧ ਪ੍ਰਾਂਤ 'ਤੇ ਹਮਲਾ ਕੀਤਾ ਸੀ। ਤਾਂ ਮੁਹੰਮਦ ਬਿਨ ਕਾਸਿਮ ਬਾਰੇ ਇਹ ਪ੍ਰਸ਼ਨ ਕਈ ਵਾਰ ਪੁੱਛਿਆ ਗਿਆ ਹੈ ਕਿ ਉਹਨਾਂ ਨੇ ਪੰਜਾਬ ਦੇ ਕਿਸ ਖੇਤਰ 'ਤੇ ਸਭ ਤੋਂ ਪਹਿਲਾਂ ਹਮਲਾ ਕੀਤਾ ਸੀ? ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਸਿੰਧ ਪ੍ਰਾਂਤ 'ਤੇ ਹਮਲਾ ਕੀਤਾ ਸੀ। ਤਾਂ ਮੁਹੰਮਦ ਬਿਨ ਕਾਸਿਮ ਤੋਂ ਬਾਅਦ ਹਿੰਦੂ ਵੰਸ਼ ਦੀ ਜੋ ਸਥਾਪਨਾ ਹੁੰਦੀ ਹੈ। ਜਦੋਂ ਮੁਹੰਮਦ ਬਿਨ ਕਾਸਿਮ ਆਇਆ ਸੀ ਤਾਂ ਉਦੋਂ ਹਿੰਦੂ ਵੰਸ਼ ਵੀ ਕਾਫੀ ਜ਼ਿਆਦਾ ਪ੍ਰਚਲਿਤ ਹੋ ਰਿਹਾ ਸੀ। ਤਾਂ 9ਵੀਂ ਸਦੀ ਵਿੱਚ ਪੰਜਾਬ ਵਿੱਚ ਹਿੰਦੂ ਸ਼ਾਹੀ ਵੰਸ਼ ਦੀ ਸ਼ੁਰੂਆਤ ਹੋ ਗਈ ਸੀ। ਪ੍ਰਾਚੀਨ ਪੰਜਾਬ ਵਿੱਚ ਹਿੰਦੂ ਸ਼ਾਹੀ ਵੰਸ਼ ਦਾ ਜੋ ਸੰਸਥਾਪਕ ਸੀ
ਉਹ ਲਲੀਆ ਬ੍ਰਾਹਮਣ ਨੂੰ ਮੰਨਿਆ ਗਿਆ ਹੈ ਅਤੇ ਹਿੰਦੂ ਧਰਮ ਦੀ ਜਨਮ ਭੂਮੀ ਦੀ ਪੰਜਾਬ ਪ੍ਰਦੇਸ਼ ਨੂੰ ਮੰਨਿਆ ਗਿਆ ਹੈ। ਅਤੇ ਜੇਕਰ ਹਿੰਦੂ ਵੰਸ਼ ਦੀ ਗੱਲ ਕਰੀਏ ਤਾਂ 9ਵੀਂ ਸਦੀ ਵਿੱਚ ਪੰਜਾਬ ਵਿੱਚ ਹਿੰਦੂ ਵੰਸ਼ ਦੀ ਸ਼ੁਰੂਆਤ ਹੋਈ ਸੀ ਅਤੇ ਹਿੰਦੂ ਸ਼ਾਹੀ ਵੰਸ਼ ਦਾ ਜੋ ਸੰਸਥਾਪਕ ਹੈ ਉਹ ਲਲੀਆ ਬ੍ਰਾਹਮਣ ਨੂੰ ਮੰਨਿਆ ਗਿਆ ਹੈ। ਅਤੇ ਹਿੰਦੂ ਧਰਮ ਦੀ ਜੇਕਰ ਜਨਮ ਭੂਮੀ ਦੀ ਗੱਲ ਕਰੀਏ ਤਾਂ ਇਹ ਹੈਰਾਨੀ ਹੋਵੇਗੀ ਕਿ ਹਿੰਦੂ ਧਰਮ ਦੀ ਜਨਮ ਭੂਮੀ ਵੀ ਪੰਜਾਬ ਪ੍ਰਦੇਸ਼ ਨੂੰ ਹੀ ਮੰਨਿਆ ਗਿਆ ਹੈ। ਅਤੇ ਜਦੋਂ ਮੁਹੰਮਦ ਬਿਨ ਕਾਸਿਮ ਚਲਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੋ ਉਸ ਦਾ ਉੱਤਰਾਧਿਕਾਰੀ ਹੁੰਦਾ ਹੈ ਉਸ ਤੋਂ ਬਾਅਦ ਆਉਂਦਾ ਗਾ ਮਹਿਮੂਦ ਗਜ਼ਨਵੀ। ਅਤੇ 11ਵੀਂ ਸਦੀ ਦੇ ਸ਼ੁਰੂ ਵਿੱਚ ਹੀ ਤੁਰਕੀ ਦਾ ਸ਼ਾਸਕ ਸੀ ਮਹਿਮੂਦ ਗਜ਼ਨਵੀ। ਉਸਨੇ ਸ਼ਾਸਨ ਕਰਨਾ ਸ਼ੁਰੂ ਕਰਤਾ ਸੀ। ਉਸਨੇ ਸ਼ਾਸਨ ਕੀਤਾ। ਮਹਿਮੂਦ ਗਜ਼ਨਵੀ ਨੇ ਪੰਜਾਬ ਵਿੱਚ ਕਿਸ ਦਰਿਆ ਰਾਹੀਂ ਪ੍ਰਵੇਸ਼ ਕੀਤਾ ਸੀ? ਖੈਬਰ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ, ਪੰਜਾਬ 'ਤੇ ਸਾਰੇ ਹਮਲਾਵਰ ਜ਼ਿਆਦਾਤਰ ਖੈਬਰ ਦਰਿਆ ਰਾਹੀਂ ਹੀ ਪ੍ਰਵੇਸ਼ ਕਰਦੇ ਰਹੇ ਨੇ। ਤਾਂ ਉਸ ਤੋਂ ਬਾਅਦ ਕੀ ਹੈਗਾ, ਮਹਿਮੂਦ ਗਜ਼ਨਵੀ ਦੀ ਜੇਕਰ ਗੱਲ ਕਰੀਏ ਤਾਂ ਮਹਿਮੂਦ ਗਜ਼ਨਵੀ ਨੇ ਪੰਜਾਬ 'ਤੇ ਪਹਿਲਾ ਹਮਲਾ ਕੀਤਾ ਸੀ ਲਗਭਗ 1000 ਈਸਵੀ ਵਿੱਚ। ਅਤੇ ਇਹ ਵੀ ਪ੍ਰਸ਼ਨ ਕਈ ਵਾਰ ਆਇਆ ਹੈ ਕਿ ਮਹਿਮੂਦ ਗਜ਼ਨਵੀ ਨੇ ਪੰਜਾਬ 'ਤੇ ਹਮਲਾ ਕਦੋਂ ਕੀਤਾ ਸੀ? ਉਹਨਾਂ ਨੇ ਕੀਤਾ ਸੀ 1000 ਈਸਵੀ ਵਿੱਚ। ਅਤੇ 1000 ਤੋਂ ਲੈ ਕੇ ਲਗਭਗ 1017 ਈਸਵੀ ਤੱਕ ਭਾਰਤ ਦੇ ਉਹਨਾਂ ਨੇ ਟੋਟਲ 17 ਹਮਲੇ ਕੀਤੇ ਸੀ। ਕਿੰਨੇ ਹਮਲੇ ਕੀਤੇ ਸੀ? 17 ਹਮਲੇ ਕੀਤੇ ਸੀ। ਤਾਂ ਮਹਿਮੂਦ ਗਜ਼ਨਵੀ ਨੇ ਭਾਰਤ ਵਿੱਚ ਪਹਿਲਾ ਯੁੱਧ ਕਿਹਦੇ ਨਾਲ ਲੜਿਆ ਸੀ? ਤਾਂ ਮਹਿਮੂਦ ਗਜ਼ਨਵੀ ਨੇ ਭਾਰਤ 'ਚ ਪਹਿਲਾ ਯੁੱਧ ਜੋ ਲੜਿਆ ਸੀ ਉਹ ਲੜਿਆ ਸੀਗਾ ਹਿੰਦੂ ਸ਼ਾਹੀ ਸ਼ਾਸਕ ਸੀਗੇ ਜੈਪਾਲ ਦੇ ਵਿਰੁੱਧ ਉਹਨਾਂ ਨੇ ਆਪਣਾ ਪਹਿਲਾ ਯੁੱਧ ਲੜਿਆ ਸੀ। 1000 ਈਸਵੀ ਦੇ ਆਸ-ਪਾਸ ਉਹਨਾਂ ਨੇ ਪੰਜਾਬ 'ਤੇ ਹਮਲਾ ਕੀਤਾ ਸੀ ਅਤੇ ਉਹਨਾਂ ਨੇ 1000 ਤੋਂ 1017 ਤੱਕ ਲਗਭਗ 17 ਵਾਰ ਭਾਰਤ 'ਤੇ ਹਮਲੇ ਕੀਤੇ ਸੀ। ਮਹਿਮੂਦ ਗਜ਼ਨਵੀ ਦੇ ਜੋ ਭਾਰਤ 'ਤੇ ਹਮਲੇ ਸੀ ਉਹਨਾਂ ਦਾ ਉਦੇਸ਼ ਇਹ ਨਹੀਂ ਸੀ ਕਿ ਉਹ ਕੋਈ ਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ ਜਾਂ ਧਰਮ ਦਾ ਵਿਸਥਾਰ ਕਰਨਾ ਚਾਹੁੰਦਾ ਸੀ। ਨਹੀਂ, ਉਹ ਸਿਰਫ ਆਪਣੇ ਹਮਲਿਆਂ ਦਾ ਉਦੇਸ਼, ਉਹਦਾ ਭਾਰਤ 'ਤੇ ਹਮਲਿਆਂ ਦਾ ਉਦੇਸ਼ ਸਿਰਫ ਧਨ ਦੌਲਤ ਇਕੱਠੀ ਕਰਨਾ ਸੀ। ਉਹ ਧਨ ਦੌਲਤ ਇੱਥੋਂ ਇਕੱਠੀ ਕਰਕੇ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ। ਉਸ ਦੇ ਲਈ ਹੀ ਉਹਨੇ ਭਾਰਤ 'ਤੇ ਹਮਲੇ ਕੀਤੇ ਸੀ। ਅਤੇ ਮਹਿਮੂਦ ਗਜ਼ਨਵੀ ਨੇ ਜੋ ਹਮਲੇ ਕੀਤੇ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਲੁੱਟ ਕੀਤੀ ਹੈ, ਬਹੁਤ ਜ਼ਿਆਦਾ ਧਨ ਦੌਲਤ ਇੱਥੋਂ ਉਹ ਲੈ ਕੇ ਗਏ ਨੇ। ਤਾਂ ਉਸ ਤੋਂ ਬਾਅਦ ਜਦੋਂ ਉਹ ਚਲੇ ਜਾਂਦੇ ਨੇ ਉਸ ਤੋਂ ਬਾਅਦ ਆਉਂਦੇ ਨੇ ਮੁਹੰਮਦ ਗੌਰੀ। ਤਾਂ ਮੁਹੰਮਦ ਗੌਰੀ 1173 'ਚ ਸ਼ਹਾਬੂਦੀਨ ਮੁਹੰਮਦ ਗੌਰੀ ਸੀਗੇ, ਉਹ ਗਜ਼ਨੀ ਦੀ ਗੱਦੀ 'ਤੇ ਬੈਠ ਗਏ। ਤਾਂ ਮੁਹੰਮਦ ਗੌਰੀ ਨੇ ਆਪਣਾ ਪਹਿਲਾ ਜੋ ਅਭਿਆਸ ਹੈ 1173 ਈਸਵੀ ਵਿੱਚ ਸ਼ਹਾਬੂਦੀਨ ਮੁਹੰਮਦ ਗੌਰੀ ਗਜ਼ਨਵੀ ਦੀ ਗੱਦੀ 'ਤੇ ਬੈਠਾ ਸੀ ਅਤੇ ਮੁਹੰਮਦ ਗੌਰੀ ਨੇ ਪੰਜਾਬ ਵਿੱਚ ਖੈਬਰ ਦਰਿਆ ਰਾਹੀਂ ਪ੍ਰਵੇਸ਼ ਕੀਤਾ ਸੀ। ਅਤੇ ਮੁਹੰਮਦ ਗੌਰੀ ਦਾ ਪੰਜਾਬ 'ਤੇ ਹਮਲਿਆਂ ਦਾ ਉਦੇਸ਼ ਸਾਮਰਾਜ ਦਾ ਵਿਸਥਾਰ ਕਰਨਾ ਸੀ। ਜਿਵੇਂ ਕਿ ਜੋ ਗਜ਼ਨੀ ਸੀਗਾ ਉਸਦਾ ਹਮਲਿਆਂ ਦਾ ਉਦੇਸ਼ ਕੀ ਸੀਗਾ? ਧਨ ਦੌਲਤ ਇਕੱਠਾ ਕਰਨਾ। ਪਰ ਮੁਹੰਮਦ ਗੌਰੀ ਦੇ ਹਮਲਿਆਂ ਦਾ ਉਦੇਸ਼ ਕੀ ਸੀ? ਸਾਮਰਾਜ ਦਾ ਵਿਸਥਾਰ ਕਰਨਾ। ਇਹ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ। ਤਾਂ ਮੁਹੰਮਦ ਗੌਰੀ ਨੇ ਆਪਣਾ ਜੋ ਪਹਿਲਾ ਸ਼ੁਰੂ ਕੀਤਾ ਸੀ ਉਹ ਸ਼ੁਰੂ ਕੀਤਾ ਸੀ ਮੁਲਤਾਨ ਤੋਂ। ਅਤੇ ਮੁਲਤਾਨ ਨੂੰ ਉਸਨੇ ਜੋ ਉਸਦੇ ਸ਼ਾਸਕ ਸੀਗੇ ਮੁਲਤਾਨ ਦੇ ਉਸ ਸਮੇਂ ਦੇ, ਉਸ ਤੋਂ ਵਾਪਸ ਲੈ ਲਿਆ ਸੀ, ਖੋਹ ਲਿਆ ਸੀ। ਉਹ ਸਮਝ ਗਿਆ ਸੀ ਕਿ ਪੰਜਾਬ ਨੂੰ ਜਿੱਤੇ ਬਿਨਾਂ ਹੋਰ ਹਿੱਸਿਆਂ 'ਤੇ ਕਬਜ਼ਾ ਨਹੀਂ ਕਰ ਸਕਦਾ। ਅਤੇ ਉਸਨੇ ਲਾਹੌਰ ਨੂੰ ਵੀ ਪਹਿਲਾਂ ਆਪਣੇ ਕਬਜ਼ੇ 'ਚ ਕਰ ਲਿਆ। ਫਿਰ ਜਦੋਂ ਉਸਨੂੰ ਗੰਗਾ ਦਬਾਅ ਵਿੱਚ ਜਦੋਂ ਆਪਣਾ ਰਾਜ ਭਾਗ ਨੂੰ ਗੰਗਾ ਦਬਾਅ ਵਿੱਚ ਵਧਾਉਣ ਲਈ ਵਿਸਥਾਰ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਫਿਰ ਉਸਦਾ ਸਾਹਮਣਾ ਹੁੰਦਾ ਇੱਕ ਰਾਜਪੂਤ ਸ਼ਾਸਕ ਪ੍ਰਿਥਵੀ ਰਾਜ ਚੌਹਾਨ ਦੇ ਨਾਲ। ਤਾਂ ਇੱਥੋਂ ਸ਼ੁਰੂ ਹੁੰਦਾ ਉਸਦਾ ਅਸਲੀ ਯੁੱਧ। ਤਾਂ ਮੁਹੰਮਦ ਗੌਰੀ ਦਾ ਸਾਹਮਣਾ ਕਿਸ ਦੇ ਨਾਲ ਹੁੰਦਾ? ਪ੍ਰਿਥਵੀ ਰਾਜ ਚੌਹਾਨ ਦੇ ਨਾਲ। ਤਰਾਇਣ ਦੀ ਲੜਾਈ, ਗੰਗਾ ਦਬਾਅ ਵਿੱਚ ਜਦੋਂ ਸਾਮਰਾਜ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੁਹੰਮਦ ਗੌਰੀ, ਤਾਂ ਉਸਦਾ ਸਾਹਮਣਾ ਰਾਜਪੂਤ ਸ਼ਾਸਕ ਪ੍ਰਿਥਵੀ ਰਾਜ ਚੌਹਾਨ ਨਾਲ ਹੁੰਦਾ ਹੈ। ਤਾਂ ਜੋ ਤਰਾਇਣ ਦੀ ਲੜਾਈ ਹੈ ਇਹ ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਇਹਨਾਂ ਦੋਨਾਂ ਦੇ ਵਿਚਕਾਰ ਹੋਈ ਸੀ। ਤਾਂ ਤਰਾਇਣ ਦੀ ਪਹਿਲੀ ਲੜਾਈ ਕਦੋਂ ਹੋਈ ਸੀ? ਇਹ ਬਹੁਤ ਮਹੱਤਵਪੂਰਨ ਪ੍ਰਸ਼ਨ ਹੈ। 1191 ਈਸਵੀ 'ਚ ਹੋਈ ਸੀ ਅਤੇ ਜਿਸ ਦੇ ਵਿੱਚ ਕੀ ਹੈ ਮੁਹੰਮਦ ਗੌਰੀ ਦੀ ਹਾਰ ਹੋਈ ਸੀ। ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ ਦੋਨਾਂ ਦੇ ਵਿਚਕਾਰ ਹੋਈ ਸੀ ਤਰਾਇਣ ਦੀ ਪਹਿਲੀ ਲੜਾਈ, ਜਿਸ ਵਿੱਚ ਮੁਹੰਮਦ ਗੌਰੀ ਦੀ ਹਾਰ ਹੋਈ ਸੀ। ਉਸ ਤੋਂ ਬਾਅਦ 1192 ਦੇ ਵਿੱਚ ਤਰਾਇਣ ਦੀ ਦੂਜੀ ਲੜਾਈ ਹੋਈ ਜਿਸ ਵਿੱਚ ਪ੍ਰਿਥਵੀ ਰਾਜ ਚੌਹਾਨ ਦੀ ਹਾਰ ਹੋਈ, ਜਿਸ ਦੇ ਵਿੱਚ ਕੀ ਹੈ ਮੁਹੰਮਦ ਗੌਰੀ ਨੇ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਯੁੱਧ ਲੜਿਆ ਸੀ, ਜਿਸ ਕਰਕੇ ਕੀ ਪ੍ਰਿਥਵੀ ਰਾਜ ਚੌਹਾਨ ਨੂੰ ਕੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ 1191 'ਚ ਜੋ ਪਹਿਲੀ ਲੜਾਈ ਹੋਈ ਸੀ ਉਸ ਵਿੱਚ ਪ੍ਰਿਥਵੀ ਰਾਜ ਚੌਹਾਨ ਦੀ ਜਿੱਤ ਹੋਈ ਸੀ। ਤਾਂ ਤਰਾਇਣ ਦੀਆਂ ਦੋਨੋਂ ਲੜਾਈ ਯਾਦ ਰੱਖਣੀ ਹੈ ਕਿ 1191 ਦੇ ਵਿੱਚ ਹੋਈ ਸੀ, ਦੂਸਰੀ 1192 'ਚ ਹੋਈ ਸੀ। ਪਹਿਲੀ ਦੇ ਵਿੱਚ ਕੀ ਹੈ ਮੁਹੰਮਦ ਗੌਰੀ ਹਾਰ ਗਿਆ ਸੀ ਪ੍ਰਿਥਵੀ ਰਾਜ ਚੌਹਾਨ ਤੋਂ, ਅਤੇ 1192 ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਜਿੱਤ ਗਿਆ। ਪ੍ਰਿਥਵੀ ਰਾਜ ਚੌਹਾਨ ਹਾਰਿਆ ਸੀ ਮੁਹੰਮਦ ਗੌਰੀ ਤੋਂ, ਅਤੇ 1191 ਦੇ ਵਿੱਚ ਮੁਹੰਮਦ ਗੌਰੀ ਹਾਰਿਆ ਸੀ।
ਤਾਂ ਜੇਕਰ ਆਪਾਂ ਗੱਲ ਕਰੀਏ 1206 ਈਸਵੀ ਵਿੱਚ ਮੁਹੰਮਦ ਗੌਰੀ ਦੀ ਮੌਤ ਤੋਂ ਬਾਅਦ ਉਸਦਾ ਇੱਕ ਸੈਨਾਪਤੀ ਸੀ ਕੁਤਬਦੀਨ ਐਬਕ, ਜਿਹੜਾ ਕਿ ਜਿਸ ਨੇ ਦਿੱਲੀ ਸਲਤਨਤ ਦੀ ਸਥਾਪਨਾ ਕੀਤੀ। ਤਾਂ ਇਸ ਤੋਂ ਬਾਅਦ ਜੋ ਸ਼ੁਰੂ ਹੁੰਦਾ ਹੈ ਪੰਜਾਬ 'ਤੇ ਸ਼ਾਸਨ, ਉਹ ਦਿੱਲੀ ਸਲਤਨਤ ਦਾ ਸ਼ੁਰੂ ਹੁੰਦਾ ਹੈ ਅਤੇ ਲਗਭਗ ਅਗਲੇ 300 ਸਾਲ ਤੱਕ ਪੰਜਾਬ 'ਤੇ ਦਿੱਲੀ ਸਲਤਨਤ ਨੇ ਰਾਜ ਕੀਤਾ। ਤਾਂ ਦਿੱਲੀ ਸਲਤਨਤ ਦੀ ਸਥਾਪਨਾ ਕਿਹਨਾਂ ਨੇ ਕੀਤੀ ਸੀ? ਕੁਤਬਦੀਨ ਐਬਕ ਨੇ ਕੀਤੀ ਸੀ। ਕੁਤਬਦੀਨ ਐਬਕ ਕੌਣ ਸੀਗਾ? ਇੱਕ ਸੈਨਾਪਤੀ ਸੀਗਾ ਮੁਹੰਮਦ ਗੌਰੀ ਦਾ। ਅਤੇ ਕੁਤਬਦੀਨ ਐਬਕ ਸਮੇਂ ਇੱਕ ਪ੍ਰਸ਼ਨ ਕਈ ਵਾਰ ਪੁੱਛਿਆ ਗਿਆ ਪੰਜਾਬ ਦੇ ਪੇਪਰਾਂ ਵਿੱਚ, ਕੁਤਬਦੀਨ ਐਬਕ ਸਮੇਂ ਭਾਰਤ ਦੀ ਰਾਜਧਾਨੀ ਕਿਹੜੀ ਸੀ? ਤਾਂ ਕੁਤਬਦੀਨ ਐਬਕ ਦੇ ਸਮੇਂ ਭਾਰਤ ਦੀ ਰਾਜਧਾਨੀ ਲਾਹੌਰ ਸੀ। ਕੁਤਬਦੀਨ ਐਬਕ ਨੂੰ ਲਾਹੌਰ ਵਿਖੇ ਹੀ ਦਫਨਾਇਆ ਗਿਆ ਸੀ। ਲਾਹੌਰ ਉਸ ਦੀ ਰਾਜਧਾਨੀ ਸੀ ਅਤੇ ਲਾਹੌਰ ਦੇ ਵਿੱਚ ਹੀ ਕੁਤਬਦੀਨ ਐਬਕ ਨੂੰ ਦਫਨਾਇਆ ਗਿਆ ਸੀ। ਅਤੇ ਅਗਲੇ 300 ਸਾਲ ਪੰਜਾਬ ਉੱਤੇ ਦਿੱਲੀ ਸਲਤਨਤ ਨੇ ਰਾਜ ਕੀਤਾ। ਇਸ ਵਿੱਚ ਦਿੱਲੀ ਸਲਤਨਤ ਦੇ ਜਿਹੜੇ 5 ਪ੍ਰਮੁੱਖ ਰਾਜਵੰਸ਼ ਸੀਗੇ, ਕਿਹੜੇ ਕਿਹੜੇ ਸੀ? ਮਮਲੂਕ, ਖਿਲਜੀ, ਤੁਗਲਕ, ਸ਼ੈਦ ਅਤੇ ਲੋਧੀ। ਇਹ ਦਿੱਲੀ ਸਲਤਨਤ ਦੇ 5 ਰਾਜਵੰਸ਼ ਸੀ ਜਿਨ੍ਹਾਂ ਨੇ ਕੀ ਹੈਗਾ ਪੰਜਾਬ ਉੱਤੇ ਰਾਜ ਕੀਤਾ ਗਾ। ਤਾਂ ਇਹਨਾਂ ਵਿੱਚੋਂ ਜੋ ਮਹੱਤਵਪੂਰਨ ਹੈ ਉਹ ਲੋਧੀ ਵੰਸ਼। ਲੋਧੀ ਵੰਸ਼ ਦੀ ਜੋ ਸਥਾਪਨਾ ਹੋਈ ਸੀ ਉਹ 1451 ਈਸਵੀ ਵਿੱਚ ਹੋਈ ਸੀ। ਬਹਿਲੋਲ ਲੋਧੀ ਨੇ ਕੀਤੀ ਸੀ। ਤਾਂ ਇਸ ਦੇ ਬਾਰੇ ਕਈ ਵਾਰ ਪ੍ਰਸ਼ਨ ਆਇਆ ਹੈ ਕਿ ਲੋਧੀ ਵੰਸ਼ ਦਾ ਜਿਹੜੀ ਸਥਾਪਨਾ ਉਹ ਕਿਹਨਾਂ ਨੇ ਕੀਤੀ ਸੀ? ਉਹ ਕੀਤੀ ਸੀ ਬਹਿਲੋਲ ਲੋਧੀ ਨੇ 1451 ਈਸਵੀ ਵਿੱਚ। ਅਤੇ ਲੋਧੀ ਵੰਸ਼ ਦੀ ਜਿਹੜੀ ਰਾਜਧਾਨੀ ਸੀ ਉਹ ਦਿੱਲੀ ਸੀ। ਅਤੇ ਜਦੋਂ 16ਵੀਂ ਸਦੀ ਸ਼ੁਰੂ ਹੋਈ ਤਾਂ ਕਈ ਵਾਰ ਇਹ ਵੀ ਪੁੱਛਿਆ ਗਿਆ ਹੈ ਪ੍ਰਸ਼ਨ ਕਿ 16ਵੀਂ ਸਦੀ ਦੇ ਸ਼ੁਰੂ ਵਿੱਚ ਕਿਹਨਾਂ ਦਾ ਰਾਜ ਸੀਗਾ ਪੰਜਾਬ ਉੱਤੇ? ਤਾਂ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਉੱਤੇ ਲੋਧੀ ਵੰਸ਼ ਦਾ ਸ਼ਾਸਨ ਸੀ ਅਤੇ ਬਹਿਲੋਲ ਲੋਧੀ ਕੀ ਸੀਗਾ ਇਹਦਾ ਸੰਸਥਾਪਕ। ਤਾਂ 16ਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਦਾ ਜਿਹੜਾ ਕਿੱਤਾ ਸੀਗਾ ਉਹ ਖੇਤੀਬਾੜੀ ਸੀ ਅਤੇ ਜਿਹੜੇ ਕੰਮ ਕਰਦੇ ਸੀ ਉਹ ਜ਼ਿਆਦਾਤਰ ਕੱਪੜਾ ਉਦਯੋਗ ਦਾ ਕੰਮ ਕਰਦੇ ਸੀ। ਕੱਪੜਾ ਉਦਯੋਗ ਦਾ ਕੰਮ ਉਸ ਟਾਈਮ 'ਤੇ ਮਸ਼ਹੂਰ ਸੀਗਾ ਪੰਜਾਬ ਦੇ ਵਿੱਚ ਅਤੇ ਲੋਕ ਖੇਤੀਬਾੜੀ ਕਰਨ ਲੱਗ ਗਏ ਸੀ 16ਵੀਂ ਸਦੀ ਦੇ ਸ਼ੁਰੂ ਤੱਕ, ਜਦੋਂ ਕਿ ਇਹ ਲੋਧੀ ਵੰਸ਼ ਦਾ ਸ਼ਾਸਨ ਸੀ ਪੰਜਾਬ ਉੱਤੇ। 16ਵੀਂ ਸਦੀ ਵਿੱਚ ਪੰਜਾਬ ਦਾ ਵਿਦੇਸ਼ੀ ਵਪਾਰ ਸੀ ਜਿਹੜਾ ਉਹ ਈਰਾਨ, ਤਿੱਬਤ, ਚੀਨ ਵਰਗੇ ਦੇਸ਼ਾਂ ਨਾਲ ਹੁੰਦਾ ਸੀ। ਆਪਾਂ ਵਿਦੇਸ਼ੀ ਵਪਾਰ ਕਰਨਾ ਸ਼ੁਰੂ ਕਰਤਾ ਸੀਗਾ ਤਾਂ ਉਹ ਕਿਹਨਾਂ ਨਾਲ ਹੁੰਦਾ ਸੀ? ਜ਼ਿਆਦਾਤਰ ਈਰਾਨ, ਤਿੱਬਤ ਅਤੇ ਚੀਨ ਵਰਗੇ ਦੇਸ਼ਾਂ ਨਾਲ ਹੋ ਰਿਹਾ ਸੀ। ਅਤੇ 16ਵੀਂ ਸਦੀ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਜਿਹੜਾ ਵਪਾਰਕ ਕੇਂਦਰ ਸੀ ਜਿੱਥੇ ਵਪਾਰ ਕੀਤਾ ਜਾਂਦਾ ਸੀ ਉਹ ਵੀ ਲਾਹੌਰ ਸੀ। ਜੇਕਰ 16ਵੀਂ ਸਦੀ ਦੀ ਗੱਲ ਕਰੀਏ ਤਾਂ ਉਦੋਂ ਲੋਧੀ ਵੰਸ਼ ਦਾ ਸ਼ਾਸਨ ਸੀ। ਖੇਤੀਬਾੜੀ, ਕੱਪੜਾ ਉਦਯੋਗ ਮੁੱਖ ਧੰਦਾ ਸੀ ਅਤੇ ਵਪਾਰ ਈਰਾਨ, ਤਿੱਬਤ ਅਤੇ ਚੀਨ ਵਰਗੇ ਦੇਸ਼ਾਂ ਨਾਲ ਹੁੰਦਾ ਸੀ। ਅਤੇ ਵਪਾਰਕ ਕੇਂਦਰ ਸਭ ਤੋਂ ਵੱਧ ਜਿਹੜਾ ਪ੍ਰਸਿੱਧ ਸੀਗਾ ਉਹ ਲਾਹੌਰ ਸੀ। 16ਵੀਂ ਸਦੀ ਵਿੱਚ ਮੁਸਲਮਾਨ ਜਿਹੜੇ ਜੇਕਰ ਗੱਲ ਕਰੀਏ ਤਾਂ 16ਵੀਂ ਸਦੀ ਵਿੱਚ ਮੁਸਲਮਾਨ ਉਚੇਰੀ ਸਿੱਖਿਆ ਕਿਹਨਾਂ ਤੋਂ ਪ੍ਰਾਪਤ ਕਰਦੇ ਸੀ? ਮਦਰਸਿਆਂ ਤੋਂ। ਇਹ ਵੀ ਪ੍ਰਸ਼ਨ ਬਣ ਚੁੱਕਿਆ ਹੈ ਕਿ ਮੁਸਲਮਾਨ ਜਿਹੜੇ 16ਵੀਂ ਸਦੀ ਵਿੱਚ ਉਚੇਰੀ ਸਿੱਖਿਆ ਕਿੱਥੋਂ ਪ੍ਰਾਪਤ ਕਰਦੇ ਸਨ? ਤਾਂ ਮਦਰਸਿਆਂ ਤੋਂ ਆਪਣੀ ਸਿੱਖਿਆ ਪ੍ਰਾਪਤ ਕਰਦੇ ਸੀ। ਅਤੇ ਜਦੋਂ 16ਵੀਂ ਸਦੀ ਦੇ ਆਰੰਭ ਵਿੱਚ ਮੁਸਲਿਮ ਸਮਾਜ ਸੀ ਜਿਹੜਾ ਉਸ ਦੇ ਵਿੱਚ ਇੱਕ ਬੁਰਾਈ ਬਹੁਤ ਪ੍ਰਚਲਿਤ ਸੀ, ਉਹ ਸੀ ਬਹੁ ਵਿਆਹ। ਬਹੁ ਵਿਆਹ ਕੀਤੇ ਜਾਂਦੇ ਸੀ, ਮਤਲਬ ਇੱਕ ਤੋਂ ਜ਼ਿਆਦਾ ਵਿਆਹ ਕੀਤੇ ਜਾਂਦੇ ਸੀ। ਜੇਕਰ ਕਿਸੇ ਔਰਤ ਦਾ ਕੋਈ ਉਹ ਪ੍ਰੋਬਲਮ ਆ ਜਾਂਦੀ ਤਾਂ ਇੱਕ ਕੀ ਮਰਦ ਕਈ ਵਿਆਹ ਕਰ ਲੈਂਦਾ ਸੀ। ਉਸ ਟਾਈਮ 'ਤੇ ਰਾਜੇ ਮਹਾਰਾਜਿਆਂ ਦੇ ਕਈ ਵਿਆਹ ਹੁੰਦੇ ਸੀ। ਤਾਂ ਉਸ ਟਾਈਮ 'ਤੇ 16ਵੀਂ ਸਦੀ ਦੇ ਸ਼ੁਰੂ 'ਚ ਇਹ ਪ੍ਰਥਾ ਇੰਨੀ ਜ਼ਿਆਦਾ ਪ੍ਰਚਲਿਤ ਸੀ ਮੁਸਲਿਮ ਸਮਾਜ 'ਚ ਬਹੁ ਵਿਆਹ ਦੀ। ਤਾਂ ਕਈ ਵਾਰ ਪ੍ਰਸ਼ਨ ਇਸ ਤਰੀਕੇ ਨਾਲ ਪੁੱਛ ਲਿਆ ਜਾਂਦਾ ਹੈ ਕਿ 16ਵੀਂ ਸਦੀ ਦੇ ਸ਼ੁਰੂ ਵਿੱਚ ਮੁਸਲਿਮ ਸਮਾਜ ਵਿੱਚ ਕਿਹੜੀ ਬੁਰਾਈ ਸਭ ਤੋਂ ਵੱਧ ਪ੍ਰਚਲਿਤ ਸੀ? ਤਾਂ ਬਹੁ ਵਿਆਹ ਸਭ ਤੋਂ ਵੱਧ ਪ੍ਰਚਲਿਤ ਸੀ। ਪਰ ਜੇਕਰ ਹਿੰਦੂ ਸਮਾਜ ਦੀ ਗੱਲ ਕਰੀਏ ਤਾਂ ਉਸ ਵਿੱਚ ਬਹੁਤ ਸਾਰੀਆਂ ਬੁਰਾਈਆਂ ਸੀ। ਸਤੀ ਪ੍ਰਥਾ, ਮੰਨ ਲਓ ਕਿਸੇ ਔਰਤ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਔਰਤ ਨੂੰ ਵੀ ਉਸਦੇ ਨਾਲ ਹੀ ਦਫਨਾ ਦਿੱਤਾ ਜਾਂਦਾ ਸੀ, ਮਤਲਬ ਜਲਾ ਦਿੱਤਾ ਜਾਂਦਾ ਸੀ। ਸਤੀ ਪ੍ਰਥਾ ਜ਼ੋਰਾਂ 'ਤੇ ਸੀਗੀ। ਬਾਲ ਵਿਆਹ, ਛੋਟੀ ਉਮਰ ਦੇ ਵਿੱਚ ਬੱਚੀਆਂ ਦੇ ਵਿਆਹ ਕਰ ਦਿੱਤੇ ਜਾਂਦੇ ਸੀ, ਕੁੜੀਆਂ ਦੇ ਵਿਆਹ ਕਰ ਦਿੱਤੇ ਜਾਂਦੇ ਸੀ। ਅਤੇ ਇਹ ਪ੍ਰਥਾਵਾਂ ਜਿਹੜੀਆਂ ਸੀ ਉਹ ਹਿੰਦੂ ਧਰਮ 'ਚ ਪ੍ਰਚਲਿਤ ਸੀ। ਅਤੇ ਜਦੋਂ 16ਵੀਂ ਸਦੀ ਦੇ ਵਿੱਚ ਜਿਹੜੀ ਲੋਕਾਂ ਦੀ ਆਰਥਿਕ ਹਾਲਤ ਸੀ ਉਹ ਠੀਕ ਸੀ, ਕਿਉਂਕਿ ਖੇਤੀਬਾੜੀ ਕਰਨ ਲੱਗ ਗਏ ਸੀ, ਕੱਪੜਾ ਉਦਯੋਗ ਦਾ ਕੰਮ ਕਰਨ ਲੱਗ ਗਏ ਸੀ ਅਤੇ ਖੇਤੀ ਜੋ ਆਰਥਿਕ ਹਾਲਤ ਸੀ ਉਸ ਵਿੱਚ ਕਾਫੀ ਸੁਧਾਰ ਆ ਗਿਆ ਸੀ। ਪਰ ਜੇਕਰ ਉਹਨਾਂ ਦੇ ਜੀਵਨ ਪੱਧਰ ਦੀ ਗੱਲ ਕਰੀਏ ਉਹ ਉੱਚਾ ਨਹੀਂ ਹੋਇਆ ਸੀ। ਮਤਲਬ ਉਹਨਾਂ ਦਾ ਪੈਸੇ ਪੱਖੋਂ, ਆਰਥਿਕ ਪੱਖੋਂ ਠੀਕ ਹੋ ਗਈ ਸੀ, ਪਰ ਜੀਵਨ ਪੱਧਰ ਸੀ ਜਿਹੜਾ ਮੰਨ ਲਓ ਉਹ ਜ਼ਿਆਦਾ ਉੱਚਾ ਨਹੀਂ ਹੋਇਆ ਸੀ। ਕਿਉਂਕਿ ਅੱਜ ਵੀ ਕੀ ਆ ਉਹ ਇਹਨਾਂ ਚੀਜ਼ਾਂ ਨੂੰ, ਸਤੀ ਪ੍ਰਥਾ, ਬਾਲ ਵਿਆਹ ਕਰ ਦਿੱਤੇ ਜਾਂਦੇ ਸੀ। ਤਾਂ ਪੰਜਾਬ ਦੇ ਵਿੱਚ ਘੋੜੇ, ਸ਼ਸਤਰ, ਫਲ ਅਤੇ ਮੇਵੇ ਆਦਿ ਵਸਤੂਆਂ ਦਾ ਆਯਾਤ ਵੀ ਕਰਨਾ ਸ਼ੁਰੂ ਕਰਤਾ ਸੀਗਾ। ਅਤੇ 16ਵੀਂ ਸਦੀ ਵਿੱਚ ਪੰਜਾਬ ਵਿੱਚ ਕਿਹੜੇ ਧਰਮ ਸੀ? ਜੇਕਰ ਧਾਰਮਿਕ ਪੱਖੋਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜੈਨ ਧਰਮ ਅਤੇ ਬੌਧ ਧਰਮ, ਇਹਨਾਂ ਦੀ ਹੋਂਦ ਜਿਹੜੀ ਨਾ ਮਾਤਰ ਸੀ, ਮਤਲਬ ਖਤਮ ਵਾਂਗੂ ਹੀ ਹੋ ਗਈ ਸੀ ਪੰਜਾਬ ਦੇ ਵਿੱਚ।
ਤੇ ਪੰਜਾਬ ਜਿਹੜਾ ਹਿੰਦੂ ਧਰਮ ਹੈ ਕਈ ਸੰਪਰਦਾਵਾਂ 'ਚ ਵੰਡਿਆ ਗਿਆ ਸੀ, ਜਿਨ੍ਹਾਂ 'ਚ ਸ਼ੈਵ ਮੱਤ, ਵੈਸ਼ਨਵ ਮੱਤ, ਸ਼ਕਤੀ ਮੱਤ ਇਹ ਕੀ ਪ੍ਰਮੁੱਖ ਸੀਗੀਆਂ। ਸ਼ੈਵ ਮੱਤ, ਵੈਸ਼ਨਵ ਮੱਤ ਅਤੇ ਸ਼ਕਤੀ ਮੱਤ। ਤੇ ਇਸਲਾਮ ਧਰਮ ਵਿੱਚ ਵੀ ਕਈ ਤਰ੍ਹਾਂ ਦੇ ਅੰਧ ਵਿਸ਼ਵਾਸ ਤੇ ਅਡੰਬਰ ਆ ਚੁੱਕੇ ਸੀ। ਜਿਹੜਾ ਮੁਸਲਿਮ ਸਮਾਜ ਸੀ ਉਹ 4 ਭਾਗਾਂ ਵਿੱਚ ਵੰਡਿਆ ਹੋਇਆ ਸੀ। ਤਾਂ ਕਈ ਵਾਰ ਪੁੱਛ ਲੈਣ ਕਿ ਉਸ ਸਮੇਂ ਮੁਸਲਿਮ ਸਮਾਜ ਕਿੰਨੇ ਭਾਗਾਂ 'ਚ ਵੰਡਿਆ ਹੋਇਆ ਸੀ? 4 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ। ਤਾਂ ਇਸ ਤਰੀਕੇ ਨਾਲ 16ਵੀਂ ਸਦੀ ਵਿੱਚ ਜੋ ਵੀ ਲੋਧੀ ਵੰਸ਼ ਸੀ ਉਹਨਾਂ ਦਾ ਸ਼ਾਸਨ ਸੀ। ਤਾਂ ਉੱਥੋਂ ਦੀ ਆਪਾਂ ਗੱਲ ਕਰੀਏ, ਹੁਣ ਆ ਜਾਂਦੇ ਨੇ ਮੁਗਲ। ਜੋ ਮੁਗਲ ਵੰਸ਼ ਹੈ, ਮੁਗਲ ਵੰਸ਼ ਦਾ ਸੰਸਥਾਪਕ ਕੌਣ ਸੀ? ਮੁਗਲ ਵੰਸ਼ ਦਾ ਸੰਸਥਾਪਕ ਸੀ ਬਾਬਰ। ਬਾਬਰ ਨੂੰ ਮੁਗਲ ਵੰਸ਼ ਦਾ ਸੰਸਥਾਪਕ ਸੀ। ਤੇ ਪੰਜਾਬ ਵਿੱਚ ਬਾਬਰ ਕਿਹਦੇ ਕਹਿਣ 'ਤੇ ਆਇਆ ਸੀ, ਕਿਸ ਦੇ ਬੁਲਾਵੇ 'ਤੇ ਆਇਆ ਸੀ? ਉਹ ਦੌਲਤ ਖਾਨ ਲੋਧੀ ਵੰਸ਼ ਦਾ ਜੋ ਇੱਕ ਸ਼ਾਸਕ ਸੀ, ਦੌਲਤ ਖਾਨ ਲੋਧੀ, ਉਹਨਾਂ ਦੇ ਬੁਲਾਵੇ 'ਤੇ ਉਹ ਪੰਜਾਬ ਆਇਆ ਸੀਗਾ ਬਾਬਰ। ਤੇ ਮੁਗਲ ਵੰਸ਼ ਦੀ ਸਥਾਪਨਾ ਜਿਹੜੀ, ਜਦੋਂ ਲੋਧੀ ਵੰਸ਼ ਦਾ ਪਤਨ ਹੁੰਦਾ ਹੈ ਤਾਂ ਮੁਗਲ ਵੰਸ਼ ਦੀ ਜਿਹੜੀ ਹੈ ਸ਼ੁਰੂਆਤ ਹੋ ਜਾਂਦੀ ਹੈ, ਮੁਗਲ ਵੰਸ਼ ਦੀ ਸਥਾਪਨਾ ਹੋ ਜਾਂਦੀ ਹੈ, ਜੋ ਕਿ ਬਾਬਰ ਨੇ ਕੀਤੀ ਸੀ। ਤੇ ਬਾਬਰ ਆਇਆ ਵੀ ਦੌਲਤ ਖਾਨ ਲੋਧੀ ਦੇ ਬੁਲਾਵੇ 'ਤੇ ਸੀ ਪੰਜਾਬ। ਬਾਬਰ ਨੇ ਪੰਜਾਬ ਉੱਤੇ ਪਹਿਲੀ ਵਾਰ 1519 ਈਸਵੀ ਵਿੱਚ ਹਮਲਾ ਕੀਤਾ ਸੀ। ਤੇ ਬਾਬਰ ਨੇ ਲਗਭਗ ਪੰਜਾਬ ਉੱਤੇ 5 ਹਮਲੇ ਕੀਤੇ ਨੇ। ਤੇ ਬਾਬਰ ਦਾ ਜਿਹੜਾ ਆਖਰੀ ਹਮਲਾ ਸੀ ਉਹ 1526 ਈਸਵੀ ਵਿੱਚ ਸੀ। 1519 ਦੇ ਵਿੱਚ ਪਹਿਲਾ ਹਮਲਾ ਕੀਤਾ, 1526 ਦੇ ਵਿੱਚ ਦੂਸਰਾ ਲਾਸਟ ਹਮਲਾ, ਅਖੀਰਲਾ ਹਮਲਾ ਕੀਤਾ। ਤੇ ਕੁੱਲ 5 ਹਮਲੇ ਕੀਤੇ ਨੇ। ਤੇ ਮੁਗਲ ਕਾਲ ਸਮੇਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ? ਲਾਹੌਰ ਸੀ। ਪਾਣੀਪਤ ਦੀ ਲੜਾਈ। ਪਾਣੀਪਤ ਦੀ ਲੜਾਈ ਕਦੋਂ ਲੜੀ ਗਈ? ਸਭ ਤੋਂ ਮਸ਼ਹੂਰ ਇਹ ਹੈ, ਕਈ ਵਾਰ ਪ੍ਰਸ਼ਨ ਆਇਆ ਕਿ ਪਾਣੀਪਤ ਦੀ ਲੜਾਈ ਲੜੀ ਕਦੋਂ ਗਈ ਸੀ। ਪਾਣੀਪਤ ਦੀ ਪਹਿਲੀ ਲੜਾਈ 1526 ਈਸਵੀ ਵਿੱਚ ਲੜੀ ਗਈ ਸੀ। ਇਬਰਾਹਿਮ ਲੋਧੀ ਤੇ ਬਾਬਰ, ਬਹੁਤ ਮਹੱਤਵਪੂਰਨ ਲੜਾਈ ਹੈ। ਕਿਹਨਾਂ ਦੇ ਵਿਚਕਾਰ ਲੜੀ ਗਈ ਸੀ? ਕਿਉਂਕਿ ਲੋਧੀ ਦੇ ਕਹਿਣ 'ਤੇ ਹੀ ਬਾਬਰ ਪੰਜਾਬ ਆਇਆ ਸੀ। ਤੇ ਇਹਨਾਂ ਦੇ ਇਬਰਾਹਿਮ ਲੋਧੀ ਤੇ ਬਾਬਰ ਦੇ ਵਿਚਕਾਰ ਪਾਣੀਪਤ ਦੀ ਪਹਿਲੀ ਲੜਾਈ ਲੜੀ ਗਈ ਸੀ 1526 ਈਸਵੀ ਦੇ ਵਿੱਚ, ਜਿਸ ਵਿੱਚ ਕਿ ਬਾਬਰ ਜੇਤੂ ਰਿਹਾ ਸੀ। ਇਸ ਲੜਾਈ ਇਸ ਕਰਕੇ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਲੜਾਈ ਦੇ ਵਿੱਚ ਪਹਿਲੀ ਵਾਰ ਤੋਪਖਾਨੇ ਦਾ ਇਸਤੇਮਾਲ ਕੀਤਾ ਗਿਆ ਸੀ। ਤੇ ਤੋਪਖਾਨੇ ਦਾ ਇਸਤੇਮਾਲ ਸਭ ਤੋਂ ਪਹਿਲਾਂ ਬਾਬਰ ਦੁਆਰਾ ਹੀ ਕੀਤਾ ਗਿਆ ਸੀ। ਇਸੇ ਕਾਰਨ, ਇਸ ਤੋਪਖਾਨੇ ਨੂੰ ਵਰਤਣ ਦੇ ਕਾਰਨ ਹੀ ਬਾਬਰ ਦੀ ਪਾਣੀਪਤ ਦੀ ਲੜਾਈ ਦੇ ਵਿੱਚ ਜਿੱਤ ਹੋਈ ਸੀ। ਪਾਣੀਪਤ ਦੀ ਪਹਿਲੀ ਲੜਾਈ ਜਿਹੜੀ ਉਹ ਉਹਦੇ ਨਾਲ ਹੀ ਮੁਗਲ ਵੰਸ਼ ਦੀ ਸਥਾਪਨਾ ਹੋ ਗਈ ਸੀ। ਤਾਂ ਜੇਕਰ ਕਈ ਵਾਰ ਪੁੱਛਿਆ ਜਾਵੇ ਕਿ ਕਿਸ ਲੜਾਈ ਦੇ ਅੰਤ ਨਾਲ ਮੁਗਲ ਵੰਸ਼ ਦੀ ਸਥਾਪਨਾ ਹੋਈ ਸੀ, ਤਾਂ ਪਾਣੀਪਤ ਦੀ ਪਹਿਲੀ ਲੜਾਈ ਦੇ ਅੰਤ ਨਾਲ ਹੀ ਮੁਗਲ ਵੰਸ਼ ਦੀ ਸਥਾਪਨਾ ਹੋ ਗਈ ਸੀ। ਤੇ ਬਾਬਰ ਦੇ ਪੰਜਾਬ ਉੱਤੇ ਜੋ 5ਵਾਂ ਹਮਲਾ ਸੀ, ਉਸ ਦੇ ਦੌਰਾਨ ਪਾਣੀਪਤ ਦੀ ਲੜਾਈ ਹੋਈ ਸੀ 1526 ਈਸਵੀ ਦੇ ਵਿੱਚ। ਅਖੀਰਲੀ ਲੜਾਈ ਸੀ ਜਿਹੜੀ ਪਾਣੀਪਤ ਦੀ ਲੜਾਈ, ਉਹ ਬਾਬਰ ਨੇ 5ਵਾਂ ਹਮਲਾ ਕੀਤਾ ਸੀ ਪੰਜਾਬ ਉੱਤੇ, ਉਦੋਂ ਹੀ ਲੜਾਈ ਲੜੀ ਗਈ ਸੀ। ਇਬਰਾਹਿਮ ਲੋਧੀ ਤੇ ਬਾਬਰ ਦੇ ਵਿਚਕਾਰ ਹੋਈ ਸੀ। ਤੇ ਬਾਬਰ ਨੇ ਤੋਪਖਾਨੇ ਦਾ ਇਸਤੇਮਾਲ ਕੀਤਾ ਸੀ, ਇਸ ਕਰਕੇ ਉਸ ਦੀ ਜਿੱਤ ਹੋਈ ਸੀ। ਤੇ ਪਹਿਲੀ ਵਾਰ ਤੋਪਖਾਨੇ ਦਾ ਇਸਤੇਮਾਲ ਕੀਤਾ ਗਿਆ ਸੀ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ। ਮੁਗਲ ਕਾਲ ਵਿੱਚ ਜੇਕਰ ਦੇਖਿਆ ਜਾਵੇ ਤਾਂ ਪੰਜਾਬ 'ਚ ਕਿ ਸੂਤੀ ਕੱਪੜੇ ਦਾ ਉਦਯੋਗ ਮਸ਼ਹੂਰ ਸੀ। ਤਾਂਬੇ ਦੇ ਸਿੱਕੇ ਚੱਲਦੇ ਸੀ, ਜਿਨ੍ਹਾਂ ਵਿੱਚੋਂ ਦਾਮ ਸਿੱਕਾ ਬਹੁਤ ਮਸ਼ਹੂਰ ਸੀ। ਮੁਗਲ ਕਾਲ ਵਿੱਚ ਪੰਜਾਬ ਉੱਤੇ ਬਾਬਰ ਦੇ ਹਮਲਿਆਂ ਦਾ ਉਦੇਸ਼ ਕੀ ਸੀਗਾ? ਆਪਣੇ ਸਾਮਰਾਜ ਦਾ ਵਿਸਥਾਰ ਕਰਨਾ, ਮਤਲਬ ਕਿ ਮੁਗਲ ਵੰਸ਼ ਦਾ ਵਿਸਥਾਰ ਕਰਨਾ। ਮੁਗਲ ਵੰਸ਼ ਦੀ ਸਥਾਪਨਾ ਤੋਂ ਬਾਅਦ ਭਾਰਤ ਦੇ ਦਿੱਲੀ ਨਗਰ ਨੂੰ ਰਾਜਧਾਨੀ ਬਣਾਇਆ ਗਿਆ। ਤੇ ਇਹਨਾਂ ਦੀ ਪਹਿਲਾਂ ਰਾਜਧਾਨੀ ਲਾਹੌਰ ਸੀ, ਪਰ ਮੁਗਲ ਵੰਸ਼ ਦੀ ਸਥਾਪਨਾ ਤੋਂ ਬਾਅਦ ਇਹਨਾਂ ਨੇ ਆਪਣੀ ਰਾਜਧਾਨੀ ਕਿਹਨੂੰ ਬਣਾਇਆ ਸੀ? ਦਿੱਲੀ ਨੂੰ ਬਣਾ ਦਿੱਤਾ ਸੀ। 15ਵੀਂ ਸਦੀ ਵਿੱਚ ਪੰਜਾਬ ਵਿੱਚ ਮਹੱਤਵਪੂਰਨ ਘਟਨਾ ਘਟਦੀ ਹੈ ਇੱਕ, ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਧਰਮ ਦਾ ਗਠਨ। ਤਾਂ ਗੁਰੂ ਨਾਨਕ ਦੇਵ ਜੀ ਦਾ ਜੋ ਜੀਵਨ ਕਾਲ ਸੀ, ਉਹ ਤੇ ਬਾਬਰ ਦੁਆਰਾ ਜਿਹੜਾ ਭਾਰਤ ਤੇ ਵਿਜੇ ਤੇ ਮੁਗਲ ਸਾਮਰਾਜ ਦੀ ਸਥਾਪਨਾ ਹੈ, ਉਹ ਮੇਲ ਖਾਂਦੇ ਹੈ। ਇੱਕ ਸਾਈਡ 'ਤੇ ਜੋ ਬਾਬਰ ਸੀ ਉਹ ਭਾਰਤ 'ਤੇ ਲਗਾਤਾਰ ਜਿੱਤਾਂ ਪ੍ਰਾਪਤ ਕਰ ਰਿਹਾ ਸੀ, ਤੇ ਦੂਸਰੀ ਸਾਈਡ 'ਤੇ ਜੋ ਪੰਜਾਬ ਦੇ ਵਿੱਚ ਆਪਣੇ ਸਿੱਖ ਧਰਮ ਦਾ ਗਠਨ ਹੋਣਾ ਸ਼ੁਰੂ ਹੋ ਗਿਆ ਸੀ। ਤਾਂ ਇਹ ਦੋਨੇ ਘਟਨਾਵਾਂ ਬਰਾਬਰ ਚੱਲੀਆਂ ਸੀ। ਤਾਂ ਇਸ ਕਰਕੇ ਆਪਾਂ ਹੁਣ ਜੋ ਅਗਲਾ ਪੰਜਾਬ ਦਾ ਇਤਿਹਾਸ ਹੈ ਉਹ ਆਪਾਂ ਨਾਲ ਹੀ ਚਲਾਵਾਂਗੇ। ਪਹਿਲਾਂ ਆਪਾਂ ਗੁਰੂ ਨਾਨਕ ਦੇਵ ਜੀ ਤੇ ਬਾਬਰ ਕਰਾਂਗੇ, ਇਸ ਤੋਂ ਬਾਅਦ ਇਹ ਲੜੀ ਜਿਹੜੀ ਉਹ ਲਗਾਤਾਰ ਚੱਲਦੀ ਰਹੇਗੀ। ਤਾਂ ਆਪਾਂ ਪੰਜਾਬ ਦਾ ਇਤਿਹਾਸ, ਪੰਜਾਬ ਦਾ ਜੋ ਇਤਿਹਾਸ ਹੈ, ਸਿੱਖ ਗੁਰੂ ਸਾਹਿਬਾਨ, ਮਹਾਰਾਜਾ ਰਣਜੀਤ ਸਿੰਘ, ਉਸ ਤੋਂ ਬਾਅਦ ਬੰਦਾ ਬਹਾਦਰ, ਪੰਜਾਬ ਦੇ ਲੋਕ ਨਾਚ, ਗੀਤ, ਜ਼ਿਲ੍ਹੇ, ਹਰ ਇੱਕ ਚੀਜ਼ ਇਸ ਪੂਰੀ ਪਲੇਲਿਸਟ ਦੇ ਵਿੱਚ, ਪੂਰੀ ਸੀਰੀਜ਼ ਦੇ ਵਿੱਚ ਕਵਰ ਕਰਾਂਗੇ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਕਿਉਂਕਿ ਜੇਕਰ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਤੁਹਾਡੇ ਲਈ ਜੋ ਅਗਲੀ ਵੀਡੀਓ ਇਸ ਤੋਂ ਵੀ ਵਧੀਆ ਲੈ ਕੇ ਆਵਾਂਗੇ। ਤੇ ਜੇਕਰ ਤੁਸੀਂ ਮਤਲਬ ਇਸ ਤੋਂ ਬਾਅਦ ਜੋ ਅਗਲੀ ਵੀਡੀਓ ਉਸ ਦੇ ਵਿੱਚ ਆਪਾਂ ਇਸੇ ਥਿਊਰੀ ਦੇ ਵਿੱਚੋਂ MCQ ਵੀ ਕਵਰ ਕਰਾਂਗੇ। ਅਤੇ ਜੇਕਰ ਇਸ ਥਿਊਰੀ ਨੂੰ ਤੁਸੀਂ ਚੰਗੀ ਤਰ੍ਹਾਂ ਕਰਦੇ ਹੋ ਤਾਂ ਉਸ ਤੋਂ ਬਾਅਦ MCQ ਦੀ ਕਲਾਸ ਲਗਾਉਂਗੇ ਤਾਂ ਤੁਹਾਨੂੰ MCQ 99% ਆਉਂਦੇ ਹੋਣਗੇ, ਕਿਉਂਕਿ ਉਹ ਸਾਰੇ MCQ ਇਸ ਤਰੀਕੇ ਦੇ ਹੋਣਗੇ ਜੋ ਕਿ ਪ੍ਰੀਵੀਅਸ ਜੋ ਪੇਪਰ ਹੋਏ ਨੇ ਪੰਜਾਬ ਦੇ ਉਹਨਾਂ ਦੇ ਵਿੱਚ
ਲਗਭਗ ਪ੍ਰਸ਼ਨ ਪੁੱਛੇ ਜਾ ਚੁੱਕੇ ਨੇ। ਤਾਂ ਇਸ ਵੀਡੀਓ ਨੂੰ ਕਰਨ ਤੋਂ ਬਾਅਦ ਜਦੋਂ MCQ ਦੀ ਵੀਡੀਓ ਆਈ ਤਾਂ ਉਸ ਨੂੰ ਵੀ ਜ਼ਰੂਰ ਕਰਨਾ ਹੈ।